हाँ जी, सत श्री अकाल जी। अज आप मैथ्स की सिंपलीफिकेशन करांगे। चैप्टर फस्ट अपना मैथ्स का ਇਹਦੇ ਵਿੱਚ ਆਪਾਂ ਦੇਖਣਾ ਕਿ ਸਿੰਪਲੀਫਿਕੇਸ਼ਨ ਕੀ ਚੀਜ਼ ਹੁੰਦੀ ਆ। ਇਹਦੇ ਵਿੱਚ ਕੀ ਹੁੰਦਾ, ਸਿੰਪਲੀਫਿਕੇਸ਼ਨ ਨੂੰ ਪੰਜਾਬੀ ਚ ਅਸੀਂ ਕੀ ਕਹਿੰਦੇ ਆ, ਸਰਲੀਕਰਨ ਕਹਿੰਦੇ ਆ। ਠੀਕ ਹੈ, ਸਰਲੀਕਰਨ। ਇਹਦੇ ਵਿੱਚ ਸਵਾਲ ਕਿਸ ਤਰ੍ਹਾਂ ਦੇ ਹੁੰਦੇ ਆ, ਕਿਸੇ ਵੀ ਸਟੇਟਮੈਂਟ ਨੂੰ ਆਪਾਂ ਸੌਖਾ ਜਾਂ ਸਰਲ ਕਰਕੇ ਲਿਖਣਾ। ਕਿਸੇ ਵੀ ਸਟੇਟਮੈਂਟ ਨੂੰ ਸੌਖਾ ਜਾਂ ਇਹ ਬੇਸਿਕ ਲੈਵਲ ਆ। ਬੇਸਿਕ ਲੈਵਲ ਤੇ ਆਪਾਂ ਦੇਖਣਾ ਕਿ ਅਸੀਂ ਜਿਹੜੀ ਗਿਣਤੀ ਵੀ ਆ ਉਸ ਤਰੀਕੇ ਨੂੰ ਉਸ ਨੂੰ ਕਿੱਦਾਂ ਲਿਖਦੇ ਆ, ਈਵਨ ਪਲੱਸ ਮਾਈਨਸ ਡਿਵਾਈਡ ਔਰ ਮਲਟੀਪਲਾਈ ਕਿੱਦਾਂ ਕਰਦੇ ਆ। ਠੀਕ ਆ, ਸਿੰਪਲ ਕੀ ਹੁੰਦਾ ਵਾ, ਇੱਕ ਅੱਖਰ ਦਿੱਤਾ ਸਾਨੂੰ 2, ਇਹ ਕੀ ਸਿੰਪਲ ਆ, ਸਿੰਪਲ ਹੀ ਆ। ਠੀਕ ਆ, ਪਰ ਹੁਣ ਬਣਿਆ ਕਿੱਦਾਂ ਇਹ ਨਹੀਂ ਸਾਨੂੰ ਪਤਾ। 2 ਜਿਹੜਾ ਆ ਉਹ 4 - 2 ਕਰਕੇ ਵੀ ਬਣ ਸਕਦਾ, 1 - 1 ਬਰਾਬਰ 2 ਵੀ ਹੋ ਸਕਦਾ, 7 - 5 ਕਰਕੇ ਵੀ ਬਣ ਸਕਦਾ। ਪਰ ਆ ਜਿਹੜੀ ਚੀਜ਼ ਆ ਇਹ ਸਾਡੇ ਕੋਲ ਔਖੀ ਆ। ਆ ਜਿਹੜੀ ਚੀਜ਼ ਆ ਇਹਨੂੰ ਅਸੀਂ ਕੀ ਕਹਾਂਗੇ, ਸਿੰਪਲੀਫਿਕੇਸ਼ਨ। ਸੌਖਾ ਹੋ ਗਿਆ ਸਾਡੇ ਕੋਲ। ਠੀਕ ਹੈ, ਅਸੀਂ ਇਹਨੂੰ ਸੋਲਵ ਕਰ ਲਿਆ। ਮਤਲਬ ਫਿਰ ਅਸੀਂ 1 - 1 ਕੀਤਾ ਤਾਂ ਵੀ 2 ਆ ਗਿਆ, 2 ਡਿਵਾਈਡਡ ਬਾਈ ਭਾਗ ਕੀਤੀ 2 ਨਾਲ ਤਾਂ ਵੀ 1 ਹੋ ਗਿਆ, 3 × 3 ਕੀਤੀ ਉਹ ਵੀ ਸਾਡੇ ਕੋਲ 9 ਹੋ ਗਿਆ। ਆ ਜਿਹੜੀ ਚੀਜ਼ ਸੀ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ, ਇਹ ਸਾਡੇ ਕੋਲ ਹੈਗੀ ਆ ਫਾਰਮ। ਮਤਲਬ ਇਹ ਔਖੀ ਵਾਲੀ ਫਾਰਮ ਆ, ਸਾਨੂੰ ਨਹੀਂ ਪਤਾ ਜੀ ਵੀ ਇਹ ਸੌਖੀ ਆ ਔਖੀ ਆ ਕਿ ਕੱਲਾ ਸ਼ਬਦ ਲਵਾਂਗੇ ਉਹ ਸਾਡੇ ਕੋਲ ਸੌਖਾ, ਪਰ ਜੋ 2 ਚੀਜ਼ਾਂ ਆ ਗਈਆਂ ਉਹ ਸਾਡੇ ਕੋਲ ਔਖੀਆਂ ਹੁੰਦੀਆਂ। ਉਹਨਾਂ ਦਾ ਰਿਜ਼ਲਟ ਜੋ ਕਿ ਆ ਅਸੀਂ 2 ਲਿਖ ਲਿਆ, 1 - 1, 2 ਡਿਵਾਈਡਡ ਬਾਈ 2 1 ਆ ਗਿਆ, 3 × 3 9 ਆ ਗਿਆ, ਇਹ ਸਾਡੇ ਕੋਲ ਸੌਖਾ ਆ ਗਿਆ। ਅਸੀਂ ਇਸ ਤਰੀਕੇ ਨਾਲ ਜਿਹੜੀਆਂ ਸਿੰਪਲ ਫਾਰਮਸ ਜਿਹੜੀਆਂ ਬਣਾਉਣੀਆਂ ਹੈਗੀਆਂ। ਠੀਕ ਆ, ਹੁਣ ਦੇਖੋ ਆਪਾਂ ਇਹਦੇ ਵਿੱਚ ਦੇਖਣਾ ਕਿ ਕਿਸ ਤਰੀਕੇ ਦੇ ਸਵਾਲ ਜਿਹੜੇ ਆ ਬਣ ਸਕਦੇ ਆ। ਆਪਾਂ ਨੂੰ ਪਤਾ ਵੀ ਪਹਿਲਾਂ ਤਾਂ ਜਿਹੜਾ ਮੈਥ ਦੇ ਵਿੱਚ 4 ਫਾਰਮੂਲੇ ਹੁੰਦੇ ਆ ਮੇਨ, ਜਿਹੜੇ ਹੁੰਦੇ ਆ ਜਿਨ੍ਹਾਂ ਦੇ ਸਿਰ ਤੇ ਜਿਹੜਾ ਹਿਸਾਬ ਆ ਜਾਂ ਮੈਥ ਟਿਕਿਆ ਹੋਇਆ ਆਪਣਾ, ਜੋੜ ਗੁਣਾ ਘਟਾ ਤੇ ਭਾਗ। ਜੋੜ ਗੁਣਾ ਘਟਾ ਤੇ ਭਾਗ। ਇਹਦੇ ਵਿੱਚ ਕੀ ਆ, ਆਪਾਂ ਨੂੰ ਕੁਝ ਵੀ ਹੋ ਸਕਦਾ, ਸਟੇਟਮੈਂਟ ਦੇ ਵਿੱਚ ਕੁਝ ਵੀ ਦੇ ਸਕਦੇ ਹੋ। ਠੀਕ ਆ, ਸਟੇਟਮੈਂਟ ਦੇ ਵਿੱਚ ਆਪਾਂ ਸਾਨੂੰ ਸਪੋਜ਼ ਕਰੋ ਦੇ ਦਿੱਤਾ ਜੀ 1 + 1 ਦੇ ਦਿੱਤਾ = 2। ਸਾਨੂੰ ਪਤਾ ਕਿ 1 + 1 ਸੀ ਬਰਾਬਰ 2 ਹੋ ਗਿਆ। ਸਿੰਪਲ ਫਾਰਮ ਚ ਲਿਖ ਲਿਆ ਸੀ ਅਸੀਂ ਇਹਨੂੰ। ਹੁਣ ਜੇਕਰ ਇਹਦੀ ਜਗ੍ਹਾ ਸਾਨੂੰ 1 + 1 + 1 + 1 ਦੇ ਦੇਣ, ਸਾਨੂੰ ਸਿੰਪਲ ਹੀ ਆ ਕਿ ਹਾਂ ਵੀ 1 - 1 2 - 1 3 - 1 ਤਾਂ 4 ਹੋਊਗਾ। ਫਿਰ ਸਾਨੂੰ ਦੇ ਦਿੱਤਾ ਵੀ 1 - 1 - 1 -1 ਬਰਾਬਰ ਦੇਖੋ 1 2 3 4 -1 3 ਆ ਗਿਆ। ਇੱਥੇ ਤੱਕ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਉਹਨਾਂ ਨੂੰ ਪਲੱਸ ਕਰੀ ਗਏ ਤੇ ਨਾਲ ਹੀ ਅਸੀਂ ਉਹਨਾਂ ਨੂੰ ਮਾਈਨਸ ਕਰਤਾ। ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਜਮਾ ਕਰ ਲਿਆ ਤੇ ਬਾਅਦ ਵਿੱਚ ਅਸੀਂ ਮਾਈਨਸ ਕਰਤਾ। ਠੀਕ ਆ, ਜਾਂ ਅਸੀਂ ਪਹਿਲਾਂ ਮਾਈਨਸ ਕਰ ਲਿਆ ਜਾਂ ਪਲੱਸ ਕਰ ਲਿਆ, ਸਾਡੇ ਕੋਲ ਜਿਹੜਾ ਆਨਸਰ ਆ ਉਹ ਪਲੱਸ ਮਾਈਨਸ ਦੇ ਵਿੱਚ ਸੇਮ ਆਉਣਾ ਹੁੰਦਾ। ਠੀਕ ਹੈ, ਪਰ ਇਹ ਕੁਝ ਕੁ ਫੀਲਡ ਹੁੰਦੇ ਜਿਹਦੇ ਵਿੱਚ ਇਦਾਂ ਆਉਂਦਾ ਵਾ। ਪਰ ਅਸੀਂ ਇਹ ਰੂਲ ਜਿਹੜਾ ਆ ਅਸੀਂ ਉਹ ਰੂਲ ਦੇ ਅਕੋਰਡਿੰਗ ਕਰਾਂਗੇ। ਅਗਰ ਸਾਨੂੰ ਘਟਾ ਵੀ ਆ ਗਿਆ ਵਿੱਚ ਭਾਗ ਵੀ ਆ ਜਾ ਤਾਂ ਫਿਰ ਅਸੀਂ ਕਿਸ ਤਰੀਕੇ ਨਾਲ ਇਹ ਚੀਜ਼ ਕਰਨੀ ਆ। ਠੀਕ ਆ, ਉਹਦੇ ਵਾਸਤੇ ਸਾਡੇ ਕੋਲ ਇੱਕ ਰੂਲ ਹੁੰਦਾ ਮੈਥਸ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਬੋਰਡਮਾਸ। ਠੀਕ ਆ, ਇਹ ਸਾਡੇ ਕੋਲ ਇੱਕ ਰੂਲ ਆ ਜਿਹਦੇ ਆਧਾਰ ਤੇ ਸਾਰੇ ਮੈਥਸ ਦੇ ਜਿਹੜੇ ਫਾਰਮੂਲੇ ਲੱਗਦੇ ਆ। ਠੀਕ ਆ, ਇਹਦਾ ਮਤਲਬ ਕੀ ਹੁੰਦਾ, ਬ੍ਰੈਕਟਸ ਆਫ ਮਲਟੀਪਲਾਈ ਜਾਂ ਮਲਟੀਪਲੀਕੇਸ਼ਨ ਸੌਰੀ ਬ੍ਰੈਕਟਸ ਆਫ ਡਿਵਾਈਡ then multiplication, addition and subtraction। ਠੀਕ ਹੈ ਜੀ, ਇਹਦਾ ਮਤਲਬ ਕੀ ਆ ਕਿ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਸੋਲਵ ਕਰਨੀ ਆ। ਫਿਰ ਉਹ ਕੋਈ ਵੀ ਸਮ ਹੋਵੇ, ਫ੍ਰੈਕਸ਼ਨ ਫਾਰਮ ਹੋਵੇ, ਡੈਸੀਮਲ ਫਾਰਮ ਹੋਵੇ, ਈਵਨ ਕਿਸੇ ਵੀ ਤਰੀਕੇ ਦੀ ਫਾਰਮ ਹੋਵੇ ਜਿਹਦੇ ਵਿੱਚ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਬ੍ਰੈਕਟ ਸੋਲਵ ਕਰਾਂਗੇ। ਉਸ ਤੋਂ ਬਾਅਦ ਹੈਗਾ ਡੀ ਮੀਨਸ ਡਿਵਾਈਡ, ਭਾਗ, ਫਿਰ ਮਲਟੀਪਲਾਈ, ਫਿਰ ਜਮਾ, ਫਿਰ ਘਟਾ। ਹੁਣ ਅਸੀਂ ਜਿਹੜੇ ਵੀ ਸਵਾਲ ਕਰਨੇ ਆ ਅਸੀਂ ਇਹਨਾਂ 4 ਫਾਰਮੂਲੇ ਜਾਂ 5 ਫਾਰਮੂਲਿਆਂ ਦੇ ਹਿਸਾਬ ਨਾਲ ਕਰਨੇ ਆ। ਅਗਰ ਠੀਕ ਆ, ਅਸੀਂ ਇਹ ਤੋਂ ਬਾਹਰ ਨਹੀਂ ਜਾਣਾ। ਅਗਰ ਅਸੀਂ ਇਹ ਤੋਂ ਬਾਹਰ ਚੱਲ ਗਏ ਤਾਂ ਸਾਡੇ ਫਰਕ ਕੀ ਪੈਣਾ ਵਾ। ਠੀਕ ਆ, ਫਰਕ ਕੀ ਪੈਣਾ ਆਪਣਾ ਦੇਖੋ। ਹੁਣ ਸਾਡੇ ਕੋਲ 2 + 3 ਹੈ ਬਰਾਬਰ ਕਿੰਨਾ, 5 ਹੋਊਗਾ। ਅਸੀਂ ਇਹਨਾਂ ਨੂੰ ਉਲਟਾ ਕਰਕੇ ਲਿਖ ਲਈਏ 3 + 2 = 5, ਕੋਈ ਫਰਕ ਪਿਆ ਨਹੀਂ ਪੈਣਾ। ਠੀਕ ਹੈ, ਹੁਣ ਜੇਕਰ ਇਹੀ ਮੈਂ ਚੀਜ਼ ਲਿਖ ਲਵਾਂ 3 × 2 = 6
2 गुणा 3 रख लवां बराबर 6। ईवन अगर असी इहदे विच सपोज करो 3 माइनस दा गुणा 2 बराबर आंसर आऊ -6। और जेकर मैं इत्थे लिख देवां 2 माइनस दे कर देवां ते गुणा 3 करदा आंसर साडा फिर भी -6 आउणा। सो दैट्स वाई ਇਹਦਾ मतलब की आ कि चाहे जोड़ होवे चाहे गुणा होवे ਇਹਦੇ ਵਿੱਚ ਸਾਨੂੰ कोई फर्क नहीं पैंदा। अखर मूहरे होवे पिछे होवे माइनस अखर ना लगा होवे चाहे वड्डी रकम ना लगा होवे चाहे माइनस छोटी ना लगा होवे ਇਹਦੇ ਵਿੱਚ कोई फर्क नहीं पैंदा। पर हाँ जेकर असी गल करिए घटा दी ठीक है घटा दे विच की हुंदा अगर 3 - 2 है तो 1 आऊगा पर जेकर 2 - 3 है तो साडा आंसर 1 आऊगा। की ये आंसर 1 जमा दा आऊगा नहीं ये आंसर आऊगा माइनस दा क्योंकि जिहड़ी माइनस दी रकम आ ओह वड्डी आ ठीक है। फिर इसे तरीके नाल डिवाइड दे विच होऊगा। डिवाइड दे विच भी अगर असी 3 डिवाइडेड बाय 2 करदे आ दैट मीन 3/2 होगा तो सानू पता भी 3 जिहड़ा वड्डी रकम असी विच रखनी 2 बाहर रखनी है दैट मीन इन्ना साडे कोल आंसर आ जाऊगा। पर जेकर असी यही चीज 2 डिवाइडेड बाय 3 लिख दईए तां की होगा 2 विच रखांगे 3 बाहर रखांगे तो आंसर दे विच अपने आप ही फर्क पै गया ना फिर ठीक है। ये साडे कोल 0.6 आ गया। हुण तुसीं इन्हां दोनां दा मतलब देख रहे हैं कहण तो भाव इह आ कि अगर डिवाइड और माइनस दे विच असीं कोई भी अखर अगे पिछे लिखदे आ तां ओहदे आंसरां दे विच ओहदे माप दे विच ओहदे मान विच फर्क पऊगा। इसे तरीके नाल यह चीज़ आ कि जिहड़ा प्लस और मल्टीप्लाई आ ओहदे विच कोई फर्क नहीं पऊगा। पर असीं जिहड़े सवाल करने आ असीं वो सवाल सारे बॉड मास नाल रिलेटेड ही करांगे और बॉड मास दे नाल ही करांगे। सानू कोई भी रकम पैंदी आ ते असीं ओह बॉड मास दे नाल ही करांगे ठीक है। हाँ जी देखो जी अपने कोल बॉड मास नाल रिलेटेड एक सवाल आ 2 + 4 - 6 × 3 = 8 भाग 2। ਹੁਣ देखो सब तो पहला ਅਸੀਂ ਕੀ ਕਰਨਾ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਜਮਾ ਕਰਾਂ ਜਾਂ ਘਟਾ ਕਰਾਂ ਪਰ ਮੈਂ ਜਦੋਂ ਬੋਰਡ ਮਾਸ ਨੂੰ ਦੇਖਿਆ BODMAS ਜਦੋਂ ਮੈਨੂੰ ਦੇਖਿਆ ਤਾਂ ਮੈਂ ਕੀ ਦੇਖਿਆ ਕਿ ਪਹਿਲਾਂ ਬ੍ਰੈਕਟਸ ਸੋਲਵ ਕਰਨੀਆਂ। ਹੁਣ ਇਸ ਸਵਾਲ ਦੇ ਵਿੱਚ ਸਾਡੇ ਕੋਲ ਬ੍ਰੈਕਟਸ ਤਾਂ ਹੈ ਨਹੀਂ ਠੀਕ ਆ ਇਹ ਤਾਂ ਸਾਡਾ ਚਲੋ ਕੱਟਿਆ ਗਿਆ ਆਪਾਂ ਇੱਥੇ ਲਿਖ ਲਈਏ ਬੋਰਡ ਮਾਸ ਠੀਕ ਆ। ਇਹਦੇ ਵਿੱਚ ਸਾਡੇ ਕੋਲ ਬ੍ਰੈਕਟ ਹੈ ਨਹੀਂ ਬ੍ਰੈਕਟ ਕੱਢ ਦਿੱਤੀ ਆਫ ਵੀ ਕੱਟਿਆ ਗਿਆ। ਹੁਣ ਅਸੀਂ ਕੀ ਕਰਨਾ ਡਿਵਾਈਡ ਸਭ ਤੋਂ ਪਹਿਲਾਂ ਡਿਵਾਈਡ ਕਰਾਂਗੇ। ਡਿਵਾਈਡ ਵਿੱਚ ਸਾਡੇ ਕੋਲ 2 ਅੱਖਰ 8 ਤੇ ਭਾਗ 2 2 + 4 - 6 × 3 ਐਜ਼ ਇਟ ਇਜ਼ ਉਤਾਰ ਲਿਆ ਸੀ ਈਵਨ ਪਲੱਸ ਵੀ ਉਤਾਰ ਲਿਆ 8 ਵਿੱਚ ਰੱਖ ਕੇ 2 ਬਾਹਰ ਰੱਖ ਲਿਆ। ਜੇ ਭਾਗ ਨਹੀਂ ਆਉਂਦੀ ਤਾਂ ਕਰ ਸਕਦੇ ਆ ਈਵਨ ਸਾਨੂੰ ਪਤਾ ਹੋਣਾ ਚਾਹੀਦਾ ਕਿ ਨਿੱਕੀ ਜੀ ਭਾਗ ਜਿਹੜੀ ਆ ਵੀ 2 ਚੌਕੇ 8 ਹੁੰਦਾ ਸਾਡੇ ਕੋਲ ਠੀਕ ਆ। ਆਨਸਰ ਸਾਡਾ 4 ਆ ਗਿਆ। इस तक पहुंच गए। उस तो बाद असीं की करना डिवाइड साडी हो गई कटता उस तो बाद असीं करना मल्टीप्लाई गुणा जिन्हों आपां की कहने गुणा की करांगे गुणा दे विच साडे कोल आ एज इट इज उतार दांगे 4 भी उतार लिया प्लस दा साडे कोल 2 अखर आह वाले जिहड़े असीं गुणा करने हुण इहदे विच असीं माइनस दा साइन जिहड़ा आ इहदे नाल लैके तुरना ठीक है। अगर ये दोने अखर माइनस दे हुंदे तां साडे कोल माइनस मल्टीप्लाई माइनस इज इक्वल टू प्लस हो जांदा हुंदा ठीक है मल्टीप्लाई दे विच। पर हुण चलो साडे कोल प्लस आ दैट मीन प्लस मल्टीप्लाई अगर माइनस करांगे तो माइनस आऊगा 6 3 दा 18 18 आ गया माइनस दा ठीक है। डिवाइड भी हो गया मल्टीप्लाई भी हो गया दैन साडे कोल 2 चीज़ां रह गईयां ऐड और सबट्रैक्शन। हुण जदों ऐड करना वा ऐड करने वास्ते साडे कोल आ 3 अखर आ ठीक है। ऐड करने वास्ते साडे कोल आ 3 अखर आ 2 + 4 = 4 फिर की करांगे असीं 4 ते = 4 8 8 = 2 10 10 - 18 साडे कोल ऐड भी हो गया एडिशन भी कर ली। उस तो बाद साडे कोल रह गया सबट्रैक्शन करने वास्ते एज इट इज 10 - 18 साडे कोल की आया आंसर ਅਸੀਂ 18 ਵਿੱਚੋਂ 10 ਘਟਾ ਲਏ ਅਗਰ 10 - 18 ਨਹੀਂ ਪਤਾ ਲੱਗਦਾ 18 ਚੋਂ 10 ਘਟਾ ਲਓ ਸਾਡੇ ਕੋਲ ਬਚ ਗਏ 8। ਪਰ ਇਹਦੇ ਵਿੱਚ ਕੀ ਹੁੰਦਾ ਅਸੀਂ ਦੇਖਣਾ ਕਿ ਵੱਡੀ ਰਕਮ ਕਿਹੜੇ ਸਾਈਨ ਦੀ ਆ। ਵੱਡੀ ਰਕਮ ਦੇ ਮੂਹਰੇ ਸਾਈਨ ਕਾਹਦਾ ਆ ਮਾਈਨਸ ਦਾ ਅਸੀਂ ਰਕਮ ਦੇ ਮੂਹਰੇ ਸਾਈਨ ਪਾ ਦਾਂਗੇ ਮਾਈਨਸ ਦਾ। ਇਹ ਜਿਹੜਾ ਮਾਈਨਸ ਆ ਜਾਂ ਪਲੱਸ ਆ ਇਹਦਾ ਕੀ ਫੰਡਾਮੈਂਟਲ ਹੁੰਦਾ ਆ ਇਹ ਸਾਡੇ ਕੋਲ ਇੱਕ ਗ੍ਰਾਫ ਪੇਪਰ ਹੁੰਦੇ ਆ ਗ੍ਰਾਫ ਦੇ ਵਿੱਚ ਜਿਹਦੇ ਕੋਲ ਆ ਐਕਸ ਸੀਰੀਜ਼ ਹੁੰਦੀ ਆ ਆ ਵਾਈ ਸੀਰੀਜ਼ ਹੁੰਦੀ ਆ ठीक है आ भी एक्स एंड वाई बट आ नीचे माइनस हुंदी है इधरली साइड ते माइनस हुंदी आ प्लस दियां हुंदियां सीरीज ਉਹਦੇ ਵਿੱਚ ਕੀ ਹੁੰਦਾ ਜਦੋਂ ਹੁਣ ਮੇਰੇ ਕੋਲ -18 ਸੀ ਸਪੋਜ਼ ਕਰੋ ਮੇਰੇ ਕੋਲ ਇਹਦੀ ਜਗ੍ਹਾ ਤੇ ਚਲੋ ਮੈਂ ਗ੍ਰਾਫ ਜ਼ਿਆਦਾ ਵੱਡਾ ਬਣਾਉਣਾ ਪੈਣਾ ਇਸ ਕਰਕੇ ਮੈਂ ਛੋਟੀ ਜਿਹੀ ਐਗਜ਼ਾਮਪਲ ਲੈ ਲੈਣਾ 2 - 10 ਹੋਵੇ ਤੇ ਮੇਰੇ ਕੋਲ -1 ਆਊਗਾ ਆਨਸਰ ਠੀਕ ਹੈ -1 ਆਊਗਾ। ਮੈਂ ਕੀ ਕਰਨਾ ਇਹਦੇ ਵਿੱਚ ਮੈਂ ਡਰਾਈਵ ਕਰਕੇ ਦਿੱਤਾ ਮੈਂ ਇਹ -1 ਕਿਉਂ ਆਇਆ ਯਾਰ
अच्छा देखो मैं माइनस वाल जा रहा हाँ हुण, ठीक है। आ प्लस वाले हो गए, आ मैं माइनस वाल जाना, -1 -2 -3 -4 एंड -5, ठीक है। मैनू दिता उन्होंने 2 ਜਾਂ -3 समझो, मैनू उन्होंने की दिता -3, मतलब असीं -3 ते खड़े हाँ, ठीक है। उन्हें विचों देखिया 2 चाहे जमा कर लो चाहे घटा लो, समझ लो तुसीं। वो जमा है साडे को 2 है जमा दे आ ना, इस करके असीं ये 2 जिहड़े जमा दे आ, असीं इत्थों 3 तो जमा वाले पासे नूं जाना। जेकर साडे कोल हुंदा -3 -2, ठीक है, फिर साडा आंसर आना है -5। क्यों? क्योंकि फिर साडे कोल -2 से असीं -2 वाल नूं जाना सीगा, क्योंकि जे 3 असीं माइनस दा इत्थे खड़े आ, हुण साडे कोल सीगा 2 जमा दा, असीं 1 ते 2, आंसर साडे कोल आ गया -1, ठीक है। अगर साडे कोल -2 दिता हुंदा, आ 3 सी, इत्थों असीं -2 मतलब 2 स्टैप टप्पणे सी, पर माइनस वाले पासे नूं जाना है, फिर साडे कोल -5 जाना सीगा, ठीक है। ਆਪਾਂ ਇਹਨੂੰ ਜੋੜ ਇਸ ਤਰੀਕੇ ਨਾਲ ਵੀ ਡਰਾਈਵ ਕਰ ਸਕਦੇ ਹਾਂ। ਅਗਰ ਤੁਹਾਨੂੰ ਕਿਸੇ ਤਰੀਕੇ ਜੇ ਇਸ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਨਹੀਂ ਸਮਝ ਲੱਗਦਾ, ਤੁਸੀਂ ਇਸ ਤਰੀਕੇ ਨਾਲ ਸਮਝ ਸਕਦੇ ਆ, ਠੀਕ ਹੈ। ਸੋ ਦੈਟਸ ਵਾਈ ਮੇਰੇ ਕੋਲ ਅਗਰ 18 ਸੀ ਮਾਈਨਸ ਦੇ, ਮੈਂ ਇਹਨੂੰ 18 ਤੱਕ ਲਿਖ ਲਿਆ ਇੱਧਰ ਨੂੰ, ਠੀਕ ਹੈ। ਵਿੱਚ 10 ਜੋੜ ਤੇ ਮੈਂ ਇੱਧਰ ਨੂੰ ਆਈ ਗਿਆ, 10 ਸਟੈਪ ਟੱਪ ਲਏ, 10 ਸਟੈਪ ਟੱਪ ਲਏ ਤਾਂ ਉੱਥੇ ਆਪਣੇ ਆਪ ਐਜ਼ ਇਟ ਇਜ਼ 8 ਆ ਗਿਆ ਮਾਈਨਸ, ठीक है। साडे को -8 जिहड़ा आ साडा आंसर आ गया। हुण देखो जे मैं इहदे विच इसे सवाल दे विच मैं गलत करन लगा आ, क्यों करन लगा मैं तुहानूं दस दईए कि फर्क कित्थे पैंदा, ठीक है। हुण इहदे विच की आ रूल दे विच मैं की करदा, मैं इहनूं पहिलां प्लस कर लिया, इधरों शुरू कर लिया। वैसे की करते हुंदे आ आपां, अगर बच्चे होणगे तां कहना भी पहिलां प्लस माइनस आ यही कर लो, आ बाद च कर लांगे। अच्छा देखो 4 जमा 2 6 -6 गुणा 3 जमा 8 दी भाग 2, 6 - 6 0 हो गया, गुणा 3 जमा 8 दी भाग 2, 3 गुणा 0 0 जमा 8 दी भाग 2, ठीक है। 0 तो 0 रह गया, 8 दी भाग आ गया 4 आंसर, ठीक है। हुण देख लो तुसीं भी साडे आंसर दे विच कितना फर्क पै गया, -8 से 4 आ गया। हुण ईवन असीं इहदे विच इह भी कर सकदे आ भी जेकर प्लस इकट्ठे कर लईए, ठीक है, भी आ 8 जोड़ लिया, 4 2 6 8 14 ਤੇ ਮਾਈਨਸ ਬਾਅਦ ਚ ਕਰਤਾ, ਪਲੱਸ ਪਹਿਲਾਂ ਕਰ ਲਈ, ਮਾਈਨਸ ਬਾਅਦ ਚ ਕਰ ਲਿਆ, ਫਿਰ ਮਲਟੀਪਲਾਈ ਕਰ ਲਈ। ਕਹਿਣ ਤੋਂ ਭਾਵ ਇਹ ਆ ਅਗਰ ਤੁਸੀਂ ਬੋਰਡ ਮਾਸ ਨੂੰ ਫੋਲੋ ਕਰਕੇ ਚੱਲੋਗੇ ਤਾਂ ਤੁਹਾਡਾ ਆਨਸਰ ਜਿਹੜਾ ਆ ਬਿਲਕੁਲ ਕਰੈਕਟ ਹੋਊਗਾ। ਤੁਹਾਨੂੰ ਦੁਬਾਰਾ ਮੈਥ ਦੇ ਸਵਾਲ ਵੱਲ ਦੇਖਣ ਦੀ ਜ਼ਰੂਰਤ ਨਹੀਂ, ਤੁਹਾਨੂੰ ਇਹ ਨਹੀਂ ਸੋਚਣਾ ਹੋਊਗਾ ਕਿ ਅਸੀਂ ਸਵਾਲ ਸਹੀ ਕੀਤਾ ਜਾਂ ਗਲਤ ਆ। ਪਰ ਜੇਕਰ ਤੁਸੀਂ ਇਸ ਰੂਲ ਨੂੰ ਫੋਲੋ ਕੀਤਾ ਹੋ, ਜੇਕਰ ਤੁਸੀਂ ਇਸ ਰੂਲ ਨੂੰ ਫੋਲੋ ਨਹੀਂ ਕਰਦੇ ਤਾਂ ਇਹ ਮਤਲਬ ਕਹਿ ਸਕਦੇ ਆ ਕਿ ਇਹ ਪਤਾ ਹੀ ਹੈ ਆਪਾਂ ਨੂੰ ਕਿ ਸਵਾਲ ਜਿਹੜਾ ਆਪਣਾ ਗਲਤ ਹੋਊਗਾ, ठीक है। हुण अपने कोल आपां 4 चीज़ां देख लियां कि प्लस माइनस मल्टीप्लाई और डिवाइड जिहड़ा आ किस तरीके नाल करना हुंदा, ठीक है। बोर्ड मास दा जिहड़ा अपना मेन रूल सीगा आपां ओह कर लिया। हुण इहदे अकॉर्डिंग ही आपां जिहड़े सवाल आ ओह सारे करने आ, ठीक है। हुण इहदे सिंपलीफिकेशन दे विच की हुंदा आ, आपां देखना सी कि किस तरीके दे सानूं जिहड़े आ सवाल पैणगे। ਉਹ ਸਵਾਲ ਆਪਾਂ ਨੂੰ ਸਿੰਪਲ ਫਾਰਮ ਦੇ ਕਿਸੇ ਵੀ ਤਰੀਕੇ ਦੇ ਹੋ ਸਕਦੇ, ਕਿੱਦਾਂ ਦੇ ਹੋ ਸਕਦੇ, ਆਪਾਂ ਇਹ ਚੀਜ਼ ਦੇਖਣੀ ਹੁਣ। ਸਵਾਲ ਆਪਣੇ ਕੋਲ ਕਿਸ ਤਰੀਕੇ ਦੇ ਆਉਣਗੇ। ਆਪ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਆਪਾਂ ਨੂੰ ਹਨਾ ਜਿਹੜਾ ਜੋੜ ਹੁੰਦਾ ਸਿੰਪਲੈਸਟ ਫਾਰਮ ਦਾ ਜੋੜ ਜਿਹੜਾ ਵਾ ਜੋੜ ਘਟਾਓ ਗੁਣਾ ਇਹ ਆਉਣੀ ਹੋਣੀ ਚਾਹੀਦੀ। ਜੇਕਰ ਤੁਹਾਨੂੰ ਨਹੀਂ ਆਉਂਦੀ ਤਾਂ ਇਹਦੀਆਂ ਤੁਸੀਂ ਐਗਜ਼ਾਮਪਲਸ ਲੈ ਕੇ ਛੋਟੀ ਕਲਾਸ ਦੀਆਂ ਕਿਤਾਬਾਂ ਤੋਂ ਲੈ ਕੇ ਜਿਨ੍ਹਾਂ ਦੇ ਆਨਸਰ ਸਪਸ਼ਟ ਦਿੱਤੇ ਹੋਣ ਤਾਂ ਜੋ ਤੁਸੀਂ ਜਿਹੜੇ ਆਨਸਰ ਆ ਉਹ ਦੇਖ ਸਕੋ ਉੱਥੋਂ। ਪਹਿਲਾਂ ਤਾਂ ਤੁਸੀਂ ਉਹ ਸਵਾਲ ਕਰੋ ਭਾਗ ਵਾਲੇ ਗੁਣਾ ਵਾਲੇ, ਠੀਕ ਆ। ਹੋਰ ਇਹਦੇ ਵਿੱਚ ਸਵਾਲ ਸਿੰਪਲ ਜਿੱਦਾਂ ਆਪਾਂ ਨੂੰ ਕੋਈ ਵੀ ਫਾਰਮ ਪੁੱਛ ਲੈਂਦੇ ਆ, ਠੀਕ ਹੈ। ਆਪਾਂ ਨੂੰ ਰਕਮ ਦੇਤੀ a ਬਰਾਬਰ 1 ਤੇ b ਬਰਾਬਰ 2 ਹੋਇਆ ਤਾਂ ਦੱਸੋ ਉਹਦਾ ਆਨਸਰ ਕੀ ਹੋਊਗਾ, ਠੀਕ ਆ। ਕੀ ਹੋਵੇਗਾ ਜਾਂ ਇਹਨੂੰ ਜਮਾ ਕਰਕੇ ਦੱਸ ਦਿਓ ਜੀ ਵੀ ਇਹਦਾ ਆਨਸਰ ਕੀ ਹੋਊਗਾ। ਜੇਕਰ a ਜਮਾ b ਬਰਾਬਰ ਉਹਨੇ ਪੁੱਛ ਲਿਆ ਕੀ ਆ, ਸਾਨੂੰ ਪਤਾ a ਦਾ ਮੁੱਲ 1 ਆ, b ਦਾ 2 ਆ, ਤਾਂ ਭਰ ਲਓ 3, ਠੀਕ ਆ। ਇਹ ਚੀਜ਼ਾਂ ਜਿਹੜੀਆਂ ਵਾ ਆਉਂਦੀ ਹੋਣੀ ਚਾਹੀਦੀ। ਜੋੜ ਜਮਾ ਘਟਾਓ ਡਿਵਾਈਡ ਇਹ ਗੁਣਾ ਇਹ ਆਪਾਂ 4 ਚੀਜ਼ਾਂ ਕਹਿ ਲਓ ਕਰ ਲੀਆਂ ਵਾ, ਠੀਕ ਆ। ਫਾਰਮੂਲੇ ਦੇ ਹਿਸਾਬ ਨਾਲ ਕਰ ਲਏ, ਸਾਨੂੰ ਪਤਾ ਹੋਣਾ ਚਾਹੀਦਾ ਕਿੱਦਾਂ ਕਰਨਾ। ਹੁਣ ਇਹਦੇ ਵਿੱਚ ਸਾਨੂੰ ਸਿੰਪਲੈਸਟ ਫਾਰਮ ਕਿੱਦਾਂ, ਸਾਨੂੰ 2 ਦੀ ਸਕੁਅਰ 3 ਦੀ ਸਕੁਅਰ 4 ਦੀ ਸਕੁਅਰ ਇਹ ਸਕੁਅਰ ਰੂਟ ਕੀ ਚੀਜ਼ ਆ, ਇਸ ਤਰੀਕੇ ਦੇ ਸਵਾਲ ਵੀ ਤੁਹਾਨੂੰ ਆ ਸਕਦੇ।
2 ਦੀ ਭਾਗ ਕਿਊਬ, 3 ਦੀ ਕਿਊਬ, 4 ਦੀ ਕਿਊਬ। ਸਵਾਲ ਇਸ ਤਰੀਕੇ 'ਚ ਵੀ ਆ ਸਕਦੇ। ਠੀਕ ਹੈ। ਫਿਰ ਆਪਾਂ ਨੂੰ ਵਰਗਮੂਲ ਇਦਾਂ ਵੀ ਆ ਸਕਦਾ ਕਿ 2 ਦਾ ਵਰਗਮੂਲ ਕਿੰਨਾ ਹੋਊਗਾ, 3 ਦਾ ਵਰਗ ਕਿੰਨਾ ਹੋਊਗਾ। ਠੀਕ ਹੈ। ਤੁਹਾਨੂੰ ਇਸ ਤਰੀਕੇ ਨਾਲ ਵੀ ਆ ਸਕਦਾ ਕਿੱਦਾਂ ਕਰਨਾ ਹੈ। ਠੀਕ ਹੈ। ਉਸ ਤੋਂ ਬਾਅਦ ਕੀ ਆ, ਸਵਾਲ ਕਿਹੜੇ ਹੋ ਸਕਦੇ ਆ ਆਪਾਂ ਨੂੰ, ਫ੍ਰੈਕਸ਼ਨਾਂ ਵਾਲੇ। ਠੀਕ ਹੈ। ਫ੍ਰੈਕਸ਼ਨਾਂ ਵਾਲੇ ਕਿਸ ਤਰੀਕੇ ਨਾਲ ਹੋਣਗੇ, ਫ੍ਰੈਕਸ਼ਨ ਫਾਰਮ ਲਿਖ ਸਕਦੇ ਆ। ਫ੍ਰੈਕਸ਼ਨ ਫਾਰਮ ਆਪਾਂ ਚਲੋ ਕਰਨੀ ਆ, ਜਦੋਂ ਕਰਾਂਗੇ ਆਪਾਂ ਉਦੋਂ ਹੋਰ ਵੀ ਕਰਾਵਾਂਗੇ। ਪਰ ਇਹ 'ਚ ਸਵਾਲ ਕਿ 1/2 ਜਮਾ 1/3 ਵੀ ਹੋ ਸਕਦੀ। ਇਹ ਚੀਜ਼ 1/2 ਗੁਣਾ 1/3 ਵੀ ਹੋ ਸਕਦੀ। 1/2 ਭਾਗ 1/3 ਇਹ ਵੀ ਹੋ ਸਕਦੀ। ਮਤਲਬ ਇਹਨਾਂ ਤਿੰਨਾਂ ਚੋਂ ਕਿਸੇ ਵੀ ਤਰੀਕੇ ਦੇ ਸਵਾਲ ਜਿਹੜੇ ਆਪਾਂ ਨੂੰ ਹੋ ਸਕਦੇ। ਇਹਦੇ ਵਿੱਚ ਆਪਾਂ ਨੂੰ ਪਤਾ ਕਰਨਾ, ਫਿਰ ਆਪਾਂ ਨੂੰ ਇਹ ਵੀ ਪਤਾ ਕਰ ਸਕਦੇ ਆ ਵੀ ਇਹਦੇ ਵਿੱਚ ਵੱਡੀ ਕਿਹੜੀ ਚੀਜ਼ ਆ। 1/2 ਤੇ 1/3 ਵਿੱਚੋਂ ਕਿਹੜੀ ਵੱਡੀ ਆ। ਆਪਾਂ ਨੂੰ ਪਤਾ, ਜੇਕਰ ਮੰਨ ਲਓ ਮੇਰੇ ਕੋਲ 1/2 ਤੇ 1/3 ਆ, ਮੈਂ ਇਹਨੂੰ ਉੱਪਰਲੇ ਨੂੰ ਸਮਝ ਲਾਂ ਵਸਤੂ ਤੇ ਸਦਲੇ ਵਾਲੇ ਸਮਝ ਲਈਏ ਭਾਗ ਕਿੰਨੇ ਆ। ਠੀਕ ਹੈ। ਕਿੰਨੇ ਭਾਗ ਹੋਣਗੇ, ਮਤਲਬ ਮੇਰੇ ਕੋਲ ਇੱਕ ਚੀਜ਼ ਆ। ਠੀਕ ਹੈ। ਇੱਕ ਰੋਟੀ ਆ ਖਾਣ ਨੂੰ, ਇੱਕ ਰੋਟੀ ਦੀ ਐਗਜ਼ਾਮਪਲ ਲੈ ਲਈਏ। ਇੱਕ ਰੋਟੀ ਆ, ਉਹਦੇ 2 ਟੁਕੜੇ ਹੋ ਗਏ। ਠੀਕ ਹੈ। ਮਤਲਬ ਇੱਕ ਰੋਟੀ ਦੇ 2 ਟੁਕੜੇ ਹੋ ਗਏ। ਠੀਕ ਹੈ। ਆ ਰੋਟੀ ਸੀਗੀ, ਇਹਦੇ 2 ਟੁਕੜੇ ਕਰ ਲਏ। ਹੁਣ ਕੀ ਹੋਇਆ, ਜਦੋਂ 1/3 ਆ ਗਿਆ, ਬੇਸਿਕਲੀ ਕੀ ਹੁੰਦਾ ਕਿ 2 ਤੇ 3 ਵਿੱਚ ਵੱਡੀ ਰਕਮ ਕਿਹੜੀ ਆ। ਸਾਨੂੰ ਪਤਾ ਕਿ 3 ਵੱਡੀ ਆ, ਅਸੀਂ ਇਧਰ ਨੂੰ ਮੂੰਹ ਖੋਲ ਦਾਂਗੇ। ਪਰ ਅਸੀਂ ਭਿੰਨ ਵਿੱਚ ਕੀ, ਹੁਣ ਦੇਖੋ ਤੁਸੀਂ ਆਪ ਹੀ ਕਹੋਗੇ ਕਿਹੜੀ ਚੀਜ਼ ਵੱਡੀ ਆ। 1/3 ਆ, ਇਹਦੇ ਵਿੱਚ ਇੱਕ ਵਸਤੂ ਆ। ਠੀਕ ਆ। ਤੇ 3 ਉਹਦੇ ਕੀ ਆ, ਭਾਗ। ਮਤਲਬ ਇੱਕ ਰੋਟੀ ਦੇ 3 ਟੁਕੜੇ। ਠੀਕ ਹੈ। ਕੀ ਕਰਾਂਗਾ ਮੈਂ, ਇੱਕ ਰੋਟੀ ਸੀ, ਇਹਦੇ ਹੈ ਨਾ 3 ਟੁਕੜੇ ਕਰ ਲਏ। ਹੁਣ ਤੁਸੀਂ ਮੈਨੂੰ ਦੱਸੋ ਜੀ, ਇੱਕ ਰੋਟੀ ਦੇ 2 ਟੁਕੜੇ ਸੀ, ਇਹ ਜ਼ਿਆਦਾ ਹੋਣਗੇ ਕਿ ਰੋਟੀ ਦੇ 3 ਟੁਕੜੇ ਹੋਣਗੇ ਉਸੇ ਰੋਟੀ ਦੇ। ਇਹ 3 ਬੰਦਿਆਂ 'ਚ ਵੱਡੀ ਗਈ, ਥੋੜੀ ਥੋੜੀ ਆਈ, ਆਹ 2 ਬੰਦਿਆਂ 'ਚ ਵੱਡੀ ਗਈ। ਦੈਟ ਮੀਨ ਸਾਡੇ ਕੋਲ 1/2 ਤੇ 1/3 'ਚ ਵੱਡੀ ਕਿਹੜੀ ਆ, 1/2। ਇਸ ਤਰੀਕੇ ਨਾਲ ਅਸੀਂ ਜਿਹੜੀਆਂ ਫ੍ਰੈਕਸ਼ਨ ਫਾਰਮਸ ਆ ਕਰਨੀਆਂ, ਕਿ ਜਿਹੜੀਆਂ ਸਿਰਫ ਇੱਕ ਵਸਤੂ ਦੇ ਅਨਦਰ ਪਾਰਟਸ ਹੋਣਗੇ। ਠੀਕ ਆ। ਉਸ ਤੋਂ ਬਾਅਦ ਸਾਡੇ ਕੋਲ ਕੀ ਹੋਊਗਾ, ਇਹਦੇ ਵਿੱਚ ਆਪਣੇ ਸਿੰਪਲੀਫਿਕੇਸ਼ਨ ਦੇ ਵਿੱਚ ਜਿਹੜੇ ਆ ਸਾਡੇ ਕੋਲ ਕੀ ਆਉਣਾ ਆ, ਵਰਗ ਆਊਗਾ। ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ। ਠੀਕ ਹੈ। ਸਕੇਅਰ ਹੋ ਗਏ, ਸਕੇਅਰ ਰੂਟ ਆਉਣਾ ਵਾ ਕਿ ਆਪਾਂ ਇਹ ਚੀਜ਼ ਕਿੱਦਾਂ ਪਤਾ ਕਰਨੀ, 2 ਦੀ ਸਕੇਅਰ, 2 ਦਾ ਜਾਂ ਵਰਗਮੂਲ ਦੇ ਦੇਣਗੇ ਆਪਾਂ ਨੂੰ, ਉਹ ਚੀਜ਼ਾਂ ਪਤਾ ਕਿੱਦਾਂ ਕਰਨੀਆਂ ਆਪਾਂ। ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਘਣ ਮੂਲ ਵੀ ਆਊਗਾ। ਠੀਕ ਹੈ। ਹੁਣ ਦੇਖੋ ਜੀ, ਆਪਣਾ ਅੱਗੇ ਹੁਣ ਹੈਗਾ ਇਸ ਤੋਂ ਬਾਅਦ ਚ ਕਿ ਫ੍ਰੈਕਸ਼ਨ ਫਾਰਮ ਵੀ ਦੇਖ ਲਈਏ। ਸਾਡੇ ਕੋਲ ਸਿੰਪਲੀਫਿਕੇਸ਼ਨ ਦੇ ਵਿੱਚ ਸਵਾਲ ਫ੍ਰੈਕਸ਼ਨ ਫਾਰਮ ਚ ਕਿੱਦਾਂ ਦੇ ਆਉਣਗੇ। ਇਸ ਤੋਂ ਬਾਅਦ ਚ ਅਸੀਂ ਦੇਖਣਾ ਕਿ ਸਾਡੇ ਕੋਲ ਸੰਖਿਆਵਾਂ ਕੀ ਚੀਜ਼ ਆ। ਠੀਕ ਆ। ਸੰਖਿਆਵਾਂ ਕਿੰਨੇ ਤਰ੍ਹਾਂ ਦੀਆਂ, ਜਿਹੜੀਆਂ ਸਿੰਪਲ ਮੋਟੀਆਂ ਸੰਖਿਆਵਾਂ ਦੱਸਾਂਗਾ ਆਪਾਂ ਇਹਦੇ ਵਿੱਚ ਕਰਾਂਗੇ। ਬਾਕੀ ਨੰਬਰ ਫਾਰਮਸ ਜਿਹੜੀਆਂ ਹੈਗੀਆਂ ਹੌਲੀ ਹੌਲੀ ਨਾਲ ਦੀ ਨਾਲ ਕਰੀ ਜਾਵਾਂਗੇ, ਕਿਉਂਕਿ ਇਦਾਂ ਜੇ ਸਮਝਾਇਆ ਤਾਂ ਆਪਾਂ ਨੂੰ ਮਤਲਬ ਉਹ ਚੀਜ਼ ਫਿਰ ਚੇਤੇ ਨਹੀਂ ਰਹਿੰਦੀ। ਆਪਾਂ ਜਿੰਨੀਆਂ ਕਿ ਜ਼ਰੂਰਤ ਆ। ਠੀਕ ਆ। ਆਪਾਂ 1 2 3 4 5 6 7 8 9 ਇਹ ਸਾਡੇ ਕੋਲ ਹੈਗੇ ਨੈਚੁਰਲ ਨੰਬਰ, ਜਿਹਨੂੰ ਅਸੀਂ ਕਹਿੰਦੇ ਆ ਪ੍ਰਾਕਿਰਤਿਕ ਸੰਖਿਆਵਾਂ। ਠੀਕ ਆ। ਹੋਲ ਨੰਬਰ ਜਿਹੜੇ ਹੁੰਦੇ ਉਹ 0 ਤੋਂ ਸਟਾਰਟ ਹੁੰਦੇ 9 ਤੱਕ ਆ। ਹੁਣ ਇਹਦੇ ਵਿੱਚ ਇਹ ਸਿਰਫ ਇੱਕ ਸੰਖਿਆ ਹੈ। ਇਹ ਕੀ ਆ, ਇਹ ਸਿਰਫ ਇੱਕ ਸੰਖਿਆ ਆ ਜਾਂ ਨੰਬਰਸ ਆ, ਨੈਚੁਰਲ ਨੰਬਰਸ ਆ, ਸਿੰਪਲ ਨੰਬਰ ਕਹਿ ਸਕਦੇ ਇਹਨਾਂ ਨੂੰ। ਫਿਰ ਸਾਡੇ ਕੋਲ ਇਹ ਸੰਖਿਆ ਦੇ ਇੱਕ ਆਉਣੀਆਂ ਹੁੰਦੀਆਂ ਵਾ ਟਾਈਪਸ, ਕਹਿ ਸਕਦੇ ਆ ਅਸੀਂ ਇਹਨੂੰ, ਜਿਸਤ ਸੰਖਿਆਵਾਂ। ਠੀਕ ਆ। ਜਿਸਤ ਸੰਖਿਆਵਾਂ ਸਾਡੇ ਕੋਲ ਆਉਂਦੀਆਂ ਕਿਹੜੀਆਂ ਹੁੰਦੀਆਂ, ਜਿਸਤ ਸੰਖਿਆਵਾਂ ਅੰਗਰੇਜ਼ੀ ਵਿੱਚ ਇਹਨਾਂ ਨੂੰ ਕਹਿੰਦੇ ਆ ਈਵਨ ਨੰਬਰਸ। ਠੀਕ ਆ। ਈਵਨ ਨੰਬਰਸ, ਇਹਦੀ ਡੈਫੀਨੇਸ਼ਨ ਲਿਖ ਸਕਦੇ ਆ, ਜਿਹੜੀਆਂ ਸੰਖਿਆਵਾਂ 2 ਤੇ ਵੰਡ ਹੁੰਦੀਆਂ ਹੋਣ। ਠੀਕ ਹੈ। ਕਹਿਣ ਤੋਂ ਭਾਵ ਕੀ ਆ, ਆਪਣੇ ਕੋਲ ਅਸੀਂ 2 4 6 8 10 12 14 16 18 20 ਇਵੇਂ ਮਤਲਬ ਸੌਖੀ ਜਿਹੀ ਫਾਰਮ ਕਿ ਇੱਕ ਅੱਖਰ ਛੱਡ ਕੇ ਲਿਖ ਦਿਓ ਔਰ ਇਹ 2 ਤੇ ਭਾਗ ਸਾਰੇ ਜਿਹੜੇ ਆ ਹੁੰਦੇ ਹੋਣਗੇ। ਹੋਰ ਅੱਗੇ ਆਪਣੇ ਕੋਲ ਟਾਈਪ ਹੈਗੀ ਆ ਟਾਂਕ ਸੰਖਿਆਵਾਂ। ਠੀਕ ਹੈ। ਟਾਂਕ ਸੰਖਿਆਵਾਂ ਕਿਹੜੀਆਂ ਹੋਣਗੀਆਂ, ਔਡ ਨੰਬਰਸ, ਜਿਹੜੀਆਂ ਸੰਖਿਆਵਾਂ 2 ਤੇ ਨਾ ਵੰਡਣ ਯੋਗ ਹੋਣ ਜਾਂ ਨਾ ਵੰਡ ਹੁੰਦੀਆਂ ਹੋਣ। ਨਾ
ਵੰਡਣਯੋਗ ਹੁੰਦੀਆਂ, ਨਾ ਵੰਡਣਯੋਗ ਹੋਣ, ਠੀਕ ਹੈ, ਜਾਂ ਨਾ ਵੰਡ ਹੁੰਦੀਆਂ ਹੋਣ, ਸੇਮ ਚੀਜ਼ ਹੀ ਹੈ। 2 ਤੇ ਜਿਹੜੀਆਂ ਨਹੀਂ ਵੰਡ ਹੁੰਦੀਆਂ, 1 ਨਹੀਂ ਵੰਡ ਹੁੰਦਾ, 3 5 7 9 11, ਠੀਕ ਹੈ, 13 15 17 ਐਂਡ 19 20 ਤੱਕ ਲਿਖਦੀਆਂ ਜੀ। ਤੁਸੀਂ ਕੀ ਕਰਨਾ, ਤੁਸੀਂ 1 ਤੋਂ ਲੈ ਕੇ 100 ਤੱਕ ਹੀ ਜਿਹੜੀਆਂ ਸੰਖਿਆਵਾਂ ਆ ਉਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦੀਆਂ ਕਿ ਟਾਂਕ ਸੰਖਿਆਵਾਂ ਕਿੰਨੀਆਂ ਵਾ ਤੇ ਜਿਸ ਸੰਖਿਆਵਾਂ ਕਿੰਨੀਆਂ ਹੈ, ਠੀਕ ਹੈ, ਔਡ ਨੰਬਰ ਔਰ ਈਵਨ ਨੰਬਰ ਕਿੰਨੇ ਆ। ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਵਾ, ਇਹ ਬਹੁਤ ਧਿਆਨ ਨਾਲ ਚੇਤੇ ਰੱਖਣ ਵਾਲੀਆਂ ਵਾ। ਇਹਨਾਂ ਸਿਰ ਤੇ ਜੇਕਰ ਤੁਹਾਨੂੰ ਇਹ ਚੀਜ਼ਾਂ ਚੇਤੇ ਰਹਿਣਗੀਆਂ ਤਾਂ ਤੁਸੀਂ ਈਜ਼ੀਲੀ ਸਮਾਰਟ ਵਰਕ ਕਹਿ ਸਕਦੇ ਆ ਕਿ ਸਮਾਰਟ ਵਰਕ ਜਿਹੜਾ ਕਰ ਸਕਦੇ ਆਪਾਂ ਈਜ਼ੀਲੀ, ਠੀਕ ਹੈ। ਫਿਰ ਇਸ ਤੋਂ ਬਾਅਦ ਵਿੱਚ ਕੀ ਆ, ਤੀਸਰੇ ਨੰਬਰ ਤੇ ਸਾਡੇ ਕੋਲ ਆਉਂਦੀ ਆ ਅਭਾਜ ਸੰਖਿਆ, ਠੀਕ ਹੈ ਜੀ। ਅਭਾਜ ਸੰਖਿਆ ਦੇ ਵਿੱਚ ਕੀ ਆ, ਅਸੀਂ ਇਹਦੇ ਵਿੱਚ ਸਿਰਫ ਉਹ ਸੰਖਿਆਵਾਂ ਲੈਣੀਆਂ ਜੋ ਸੰਖਿਆਵਾਂ ਸਿਰਫ ਆਪਣੇ ਆਪ ਤੇ ਹੀ ਭਾਗ ਹੋਣ, ਜਾਂ ਕਹ ਲਓ 1 ਤੇ ਭਾਗ ਹੁੰਦੀਆਂ ਹੋਣ। ਉਹ ਕਿਹੜੀਆਂ ਹੋਣਗੀਆਂ ਸਾਡੀਆਂ, 1, ਠੀਕ ਹੈ ਜੀ, 1 ਨਹੀਂ 2 3 5 7 9 ਨਹੀਂ ਆਊਗਾ। ਮਤਲਬ ਵੈਸੇ ਤਾਂ ਸਾਡੇ ਕੋਲ ਆ ਦੇਖੋ, ਇਹ ਇੱਕ ਅਭਾਜ ਸੰਖਿਆ ਹੀ ਇਹੋ ਜਿਹੀ ਚੀਜ਼ ਆ ਜਿਹਦੇ ਵਿੱਚ ਇੱਕ ਜਿਸਤ ਸੰਖਿਆ ਆਉਂਦੀ ਆ। 1 ਤੋਂ ਲੈ ਕੇ 100 ਤੱਕ ਅਭਾਜ ਸੰਖਿਆ ਹੀ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਇੱਕ ਜਿਸਤ ਸੰਖਿਆ ਆਉਂਦੀ ਹੈ, ਉਹ ਹੈ 2। ਫਿਰ ਦੇਖੋ 3 5 7 ਉੱਪਰ ਟਾਂਕ ਸੰਖਿਆ ਇਹਦੇ ਵਿੱਚ ਵੀ ਹੈ, ਪਰ ਹੁਣ ਇੱਥੇ 9 ਵੀ ਹੈਗਾ ਟਾਂਕ ਵਿੱਚ, ਇੱਥੇ ਨਹੀਂ ਆਉਣਾ ਕਿਉਂਕਿ 9 ਦੇ ਜਿਹੜੇ ਆ ਗੁਣਨਖੰਡ ਬਣਦੇ ਆ 3 ਗੁਣਾ 3 9 ਤੇ 9 ਦੇ 9 ਗੁਣਾ 1 9, ਠੀਕ ਆ। ਆ ਜਿਹੜੇ ਅੱਖਰ ਆ ਇਹਨਾਂ ਦੇ ਸਿਰਫ ਤੇ ਸਿਰਫ ਇੱਕ ਪਹਾੜੇ ਤੇ ਜਾਂਦੇ, 3 ਗੁਣਾ 1 3, 5 ਗੁਣਾ 1 5, 7 ਗੁਣਾ 1 7। ਈਵਨ ਦੇਖੋ 23 ਮਲਟੀਪਲਾਈ ਬਾਈ 1 ਇਜ਼ ਇਕੁਅਲ ਟੂ 23, 23 ਗੁਣਾ 1 23। ਫਿਰ ਸਾਡੇ ਕੋਲ 29 ਗੁਣਾ 1 29 ਹੋਊਗਾ, 19 ਗੁਣਾ 1 19 ਹੋਊਗਾ। ਇਹ ਸਾਡੀਆਂ ਸੰਖਿਆਵਾਂ ਹਨ, ਇਹਨਾਂ ਨੂੰ ਅਸੀਂ ਕਹਿੰਦੇ ਆ ਅਭਾਜ ਸੰਖਿਆਵਾਂ, ਜਿਹੜੀਆਂ ਹੋਰ ਕਿਸੇ ਵੀ ਪਹਾੜੇ ਤੇ ਨਾ ਜਾਣ, ਜਿਹੜੀਆਂ ਹੋਰ ਕਿਸੇ ਵੀ ਪਹਾੜੇ ਤੇ ਨਾ ਵੰਡ ਹੁੰਦੀਆਂ ਹੋਣ, ਠੀਕ ਹੈ। ਇਹ ਅਸੀਂ ਕੀ ਕਰਨਾ, ਜਿਸ ਸੰਖਿਆਵਾਂ 1 ਤੋਂ ਲੈ ਕੇ 100 ਤੱਕ ਤੁਸੀਂ ਲਿਖ ਲੈਣੀਆਂ ਆਪਣੀਆਂ ਕਾਪੀਆਂ ਤੇ, ਤਾਂ ਕਿ ਤੁਹਾਨੂੰ ਚੇਤੇ ਹੋ ਸਕੇ। ਟਾਂਕ ਸੰਖਿਆਵਾਂ ਲਿਖ ਲੈਣੀਆਂ, ਅਭਾਜ ਸੰਖਿਆਵਾਂ ਵੀ ਲਿਖ ਲੈਣੀਆਂ, ਠੀਕ ਆ। ਅਭਾਜ ਸੰਖਿਆਵਾਂ ਲਿਖ ਕੇ ਤੁਸੀਂ ਗਿਣਨੀਆਂ। ਮੇਰੇ ਖਿਆਲ ਨਾਲ ਵੀ ਇਹ ਜਿਹੜੀਆਂ ਅਭਾਜ ਸੰਖਿਆ ਸਾਡੇ ਕੋਲ 25 ਹੋਣਗੀਆਂ ਜਾਂ 23 ਹੋਣਗੀਆਂ 1 ਤੋਂ ਲੈ ਕੇ 100 ਤੱਕ, ਠੀਕ ਹੈ। ਤੁਸੀਂ ਦੇਖਣੀਆਂ, ਲਿਖਣੀਆਂ, ਤੁਹਾਨੂੰ ਪਤਾ ਲੱਗੂਗਾ। ਅਗਰ ਤੁਹਾਡੇ ਕੋਲ ਵੱਧ ਘੱਟ ਹੋਈ ਤਾਂ ਕਿਤੇ ਨਾ ਕਿਤੇ ਜਿਹੜੀ ਉਹ ਗਲਤੀ ਹੋਊਗੀ, ਠੀਕ ਹੈ। ਉਹ ਜਿਹੜੀ ਗਲਤੀ ਆ ਤੁਸੀਂ ਦੁਬਾਰਾ ਦੇਖ ਕੇ ਸਿਕਿਉਰ ਕਰ ਸਕਦੇ, ਆਪਣੀ ਠੀਕ ਕਰ ਸਕਦੇ, ਠੀਕ ਹੈ ਜੀ। ਹਾਂਜੀ, ਅੱਗੇ ਆਪਾਂ ਦੇਖਾਂਗੇ, ਆਪਾਂ 3 ਸੰਖਿਆਵਾਂ ਦੇਖ ਲਈਆਂ। ਅੱਛਾ, ਉਸ ਤੋਂ ਪਹਿਲਾਂ ਆਪਾਂ ਸਿੰਪਲੀਫਿਕੇਸ਼ਨ ਕਰਦੇ ਸੀਗੇ, ਥੋੜਾ ਜਿਹਾ ਚਲੋ ਰਹਿ ਗਿਆ ਕਹਿ ਲਓ, ਮੈਨੂੰ ਯਾਦ ਹੋਣਾ ਆ। ਉਹਦੇ ਵਿੱਚ ਕੀ ਆ ਕਿ ਸਾਨੂੰ ਭਾਗ ਕਰਨ ਦਾ ਕੀ ਹੁੰਦਾ ਸੀ, ਕਿ ਸਾਨੂੰ ਭਾਗ ਕਰਨ ਦਾ ਪਤਾ ਸੀ ਵੀ ਅਸੀਂ ਸਿੰਪਲ ਫਾਰਮ ਜਿਹੜੇ ਵੱਡੇ ਜਾਂਦੇ ਆ, 8 2 8 ਵਿੱਚ ਰੱਖ ਲਿਆ, 2 ਬਾਹਰ ਰੱਖ ਲਿਆ, 2 ਚੌਕੇ 8 ਜੀ, ਸਿੰਪਲ ਵੰਡਿਆ ਗਿਆ। ਪੂਰਾ ਆਨਸਰ ਕਿੰਨਾ ਗਿਆ ਸਾਡੇ ਕੋਲ, 4 ਆਨਸਰ ਆ ਗਿਆ, ਹੈ ਨਾ। ਹੁਣ ਅਸੀਂ ਇਹਦੇ ਵਿੱਚ ਕੀ ਕਰਨਾ ਕਿ ਸਾਨੂੰ ਦੇਖਣਾ ਕਿ ਜਿਹੜੀਆਂ ਚੀਜ਼ਾਂ ਨਹੀਂ ਵੰਡ ਹੁੰਦੀਆਂ, ਅਸੀਂ ਜਦੋਂ ਭਾਗ ਕੋਈ ਵੀ ਆ, ਸਾਡੇ ਕੋਲ ਮੰਨ ਲਓ 15 ਹੈ ਸਟੇਟਮੈਂਟ ਸਾਡੇ ਕੋਲ ਹੈਗੀ 15, ਹੁਣ ਇਹ ਵੰਡ ਨਹੀਂ ਹੁੰਦੀ, ਠੀਕ ਆ, ਜਾਂ ਕਹਿ ਲਓ ਵੰਡ ਤਾਂ ਹੁੰਦੀ ਸੌਰੀ। ਜੇਕਰ ਆਪਾਂ ਨੂੰ ਦੇ ਦਿੱਤਾ ਉਹਨਾਂ ਨੇ ਡਿਵਾਈਡਡ ਬਾਈ 7, ਤਾਂ ਕਿੱਦਾਂ ਕਰਾਂਗੇ? ਸਭ ਤੋਂ ਪਹਿਲਾਂ ਅਸੀਂ ਇਹਨੂੰ ਕੀ ਕਰਾਂਗੇ, 15/7 ਲਿਖ ਲਿਆ, ਠੀਕ ਹੈ, 7 ਭਾਗ 15। 15 ਨੂੰ ਅਸੀਂ ਵਿੱਚ ਰੱਖ ਲਿਆ, 7 ਬਾਹਰ ਰੱਖ ਲਿਆ, ਠੀਕ ਹੈ। 2 7 14 ਬਚ ਗਿਆ 1। ਅਸੀਂ ਇਸ ਫਾਰਮ ਨੂੰ ਕਿੱਦਾਂ ਲਿਖਣਾ, ਠੀਕ ਹੈ। ਇਹਨੂੰ ਕਿੱਦਾਂ ਲਿਖਦੇ ਆ, ਸੌਖਾ ਹੀ ਤਰੀਕਾ ਹੁੰਦਾ, ਜਿਹੜਾ 7 ਆ ਐਜ਼ ਇਟ ਇਜ਼ ਲਿਖ ਲਓ, ਠੀਕ ਹੈ। ਜਿਹੜਾ ਸਾਡੇ ਕੋਲ ਬਾਕੀ ਬਚਿਆ ਹੁੰਦਾ ਉਹਨੂੰ ਅਸੀਂ ਉੱਪਰ ਲਿਖ ਲੈਣਾ ਉਹਦੇ ਤੇ, ਜਿੰਨਾ ਅਸੀਂ ਮਲਟੀਪਲਾਈ ਕੀਤੀ, ਜਿਹੜਾ ਸਾਡਾ ਮਲਟੀਪਲਾਈ ਡਿਵਾਈਡ ਕਰਕੇ ਸਾਡਾ ਜਿਹੜਾ ਆਨਸਰ ਆਇਆ ਵਾ, ਠੀਕ ਆ, ਕੁਐਸਚਨ ਜਿਹੜਾ ਆਇਆ ਸਾਡੇ ਕੋਲ, ਉਹ ਸਾਡੇ ਕੋਲ ਕੀ ਹੁੰਦਾ ਵਾ, ਇੱਥੇ ਅਸੀਂ ਲਿਖ ਲੈਣਾ। ਹੁਣ ਇਹਦਾ ਇਹ ਕਿੱਦਾਂ ਬਣਿਆ ਦੇਖੋ, ਇਹਨੂੰ ਕਿਸ ਤਰੀਕੇ ਨਾਲ ਫਿਰ ਆਪਾਂ ਇਸੇ ਫਾਰਮ 'ਚ ਲੈ ਕੇ ਆ ਸਕਦੇ। ਦੇਖੋ, ਜਿਹੜਾ ਸਾਡੇ ਕੋਲ ਹਰ ਹੁੰਦਾ ਇਹਨੂੰ ਅਸੀਂ ਕਹਿੰਦੇ ਆ ਅੰਸ਼, ਫ੍ਰੈਕਸ਼ਨ ਫਾਰਮ ਦੇ ਵਿੱਚ ਉੱਪਰਲਾ ਅੰਸ਼ ਹੁੰਦਾ, ਇਹਨੂੰ ਅਸੀਂ ਕਹਿੰਦੇ ਹਰ, ਠੀਕ ਹੈ। ਅਸੀਂ ਹਰ ਨੂੰ ਐਜ਼ ਇਟ ਇਜ਼ ਰੱਖ ਲੈਣਾ। ਫਿਰ ਦੇਖੋ, ਹਰ ਨੂੰ ਇਹਦੇ ਨਾਲ ਗੁਣਾ ਕਰਨੀ ਅਸੀਂ, 2 7 14 ਜਮਾ 1, ਠੀਕ ਹੈ। 2 7 14 ਜਮਾ 1,
ਬਣ ਗਿਆ ਸਾਡੇ ਕੋਲ 15/7। ਇਹਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ 2 ਸਹੀ 1/7। ਠੀਕ ਆ, ਅਸੀਂ ਪੰਜਾਬੀ ਚ ਬੋਲਦੇ ਹਾਂ 2 ਸਹੀ 1/7। ਇਸੇ ਤਰੀਕੇ ਨਾਲ ਜੇ ਹੁਣ ਸਾਡੇ ਕੋਲ ਜਿਹੜੀਆਂ ਆਪਾਂ ਫ੍ਰੈਕਸ਼ਨ ਫਾਰਮ ਦੀ ਗੱਲ ਕਰਦੇ ਸੀ, ਚਲੋ ਜਦੋਂ ਫ੍ਰੈਕਸ਼ਨ ਦਾ ਚੈਪਟਰ ਆਊਗਾ ਅਸੀਂ ਉਦੋਂ ਵੀ ਇਹਨੂੰ ਕਰਾਂਗੇ, ਪਰ ਇੱਕ ਥੋੜਾ ਜਿਹਾ ਸਮਝ ਲਓ ਕਿ ਅਗਰ ਅੰਸ਼ ਵੱਡਾ ਹੈ ਹਰ ਨਾਲੋਂ ਤਾਂ ਸਾਡੇ ਕੋਲ ਉਹ ਉਚਿਤ ਭਿੰਨ ਹੋਊਗੀ। ਠੀਕ ਹੈ, ਅਗਰ ਹਰ ਵੱਡਾ ਹੈ ਅੰਸ਼ ਨਾਲੋਂ ਤਾਂ ਅਨੁਚਿਤ ਭਿੰਨ ਹੋਊਗੀ। ਠੀਕ ਹੈ, ਮਤਲਬ ਕੀ ਆ, ਇਹ ਸਾਡੇ ਕੋਲ ਕਹ ਲਓ ਪ੍ਰੋਪਰ ਫ੍ਰੈਕਸ਼ਨ ਹੋਊਗੀ, ਆ ਇੰਪ੍ਰੋਪਰ ਹੋਗੀ। ਠੀਕ ਹੈ, ਪ੍ਰੋਪਰ ਫ੍ਰੈਕਸ਼ਨ ਜਿਹੜੀ ਹੁੰਦੀ ਆ, ਅੰਸ਼ ਅਗਰ ਵੱਡਾ ਵਾ ਦੈਟ ਮੀਨ 3/4 4/7 ਹੋਵੇ, ਇਹ ਚੀਜ਼ ਹੋ ਸਕਦੀ। ਅਗਰ ਹਰ ਵੱਡਾ ਵਾ ਤਾਂ ਦੈਟ ਮੀਨ ਥੱਲੇ ਵਾਲੀ ਜਿਹੜੀ ਚੀਜ਼ ਆ ਵੱਡੀ ਹੋਊਗੀ। ਠੀਕ ਹੈ, ਮਤਲਬ ਅੰਸ਼ ਆਪਣੇ ਕੋਲ ਜਿਹੜਾ ਹੁੰਦਾ ਵਾ ਹਰ ਨਾਲੋਂ ਵੱਡਾ ਹੋਊਗਾ। ਸੌਰੀ, ਆ ਗਲਤ ਲਿਖੀ ਗਈ ਚੀਜ਼ ਆਪਣੇ ਕੋਲ, ਮਤਲਬ ਇੱਥੇ 8/7 ਹੋ ਸਕਦਾ। ਠੀਕ ਹੈ, ਇਹ 8/4 ਹੋ ਸਕਦਾ। ਦੈਟ ਮੀਨ ਕੀ ਆ, ਅੰਸ਼ ਵੱਡਾ ਤੇ ਹਰ ਸਾਡੇ ਕੋਲ ਜਿਹੜਾ ਆ ਉਹ ਛੋਟਾ ਆ। ਤੇ ਇਸ ਕਰਕੇ ਜਿਹੜੀ ਇਹ ਪ੍ਰੋਪਰ ਫ੍ਰੈਕਸ਼ਨ ਉਹ ਹੁੰਦੀ ਜਿਹਦੇ ਉੱਪਰਲਾ ਵੱਡਾ ਹੋਵੇ ਨੀਚੇ ਵਾਲਾ ਛੋਟਾ ਹੋਵੇ। ਔਰ ਅਨੁਚਿਤ ਇੰਪ੍ਰੋਪਰ ਫ੍ਰੈਕਸ਼ਨ ਜਿਹੜੀ ਆ ਇਹ ਉਹ ਹੁੰਦੀ ਆ ਜਿਹਦੇ ਵਿੱਚ ਸਾਡੇ ਕੋਲ ਨੀਚੇ ਵੱਡੀ ਰਕਮ ਹੋਵੇ ਤੇ ਉੱਪਰ ਜਿਹੜੀ ਰਕਮ ਹੁੰਦੀ ਆ ਉਹ ਛੋਟੀ ਹੋਵੇ। ਠੀਕ ਆ, ਉਹ ਫਿਰ ਕੋਈ ਵੀ ਹੋ ਸਕਦੀ ਆ, ਆਪਾਂ ਨੂੰ ਇਹ ਨਹੀਂ ਪਤਾ। ਮੈਂ ਤਾਂ 8 ਲਿਖਤੀਆਂ, ਇਹਦੇ ਵਿੱਚ ਆਪਾਂ ਨੂੰ ਕੋਈ ਵੀ ਸੰਖਿਆ ਜਿਹੜੀ ਆ ਉਹ ਦੇ ਸਕਦੇ ਆ। ਠੀਕ ਆ, ਫਿਰ ਆਪਾਂ ਨੂੰ ਕੀ ਆ, ਇਸੇ ਜਿਹੜੀ ਅੱਗੇ ਅਸੀਂ ਕਰਾਂਗੇ ਹੁਣ ਇਸ ਸਿੰਪਲੀਫਿਕੇਸ਼ਨ ਦੇ ਵਿੱਚ ਹੀ ਆਪਣੇ ਕੋਲ ਆਉਂਦੇ ਆ ਹੋਰ ਜਿਹੜੇ ਇਹਨਾਂ ਦਾ ਪਾਰਟ ਹੀ ਆ ਵਰਗ ਅਤੇ ਵਰਗਮੂਲ। ਠੀਕ ਹੈ, ਹੁਣ ਵਰਗ ਅਤੇ ਵਰਗਮੂਲ ਦੇ ਵਿੱਚ ਕੀ ਹੁੰਦਾ, ਅਸੀਂ ਇਹਨੂੰ ਕਹਿੰਦੇ ਆ ਸਕੁਅਰ ਐਂਡ ਸਕੁਅਰ ਰੂਟ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਵਾ, ਸਕੁਅਰ ਕੀ ਹੁੰਦਾ, ਆਪਾਂ ਜਿਓਮੈਟਰੀ ਦੇ ਵਿੱਚ ਪੜਿਆ ਹੋਊਗਾ ਪਹਿਲਾਂ, ਇੱਕ ਆਕ੍ਰਿਤੀ ਹੁੰਦੀ ਹੈ। ਠੀਕ ਹੈ, ਸਕੁਅਰ ਇੱਕ ਆਕ੍ਰਿਤੀ ਹੁੰਦੀ ਹੈ, ਜਿਸ ਦੀਆਂ 4 ਭੁਜਾਵਾਂ ਬਰਾਬਰ ਹੋਣ। ਠੀਕ ਹੈ, ਸਕੁਅਰ ਮਤਲਬ ਉਹਦੀਆਂ 4 ਜਿਹੜੀਆਂ ਭੁਜਾਵਾਂ ਹੁੰਦੀਆਂ ਉਹ ਬਰਾਬਰ। ਐਦਾਂ ਵੀ ਹੋ ਸਕਦਾ ਜੀ, ਉਹ ਇਸ ਤਰੀਕੇ ਦਾ ਵੀ ਹੋ ਸਕਦਾ। ਠੀਕ ਹੈ, ਉਹ ਕਿਸ ਮਤਲਬ ਚਾਰੇ ਭੁਜਾਵਾਂ ਜਿਹੜੀਆਂ ਹੁੰਦੀਆਂ ਬਰਾਬਰ ਹੁੰਦੀਆਂ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, 2 ਸਕੁਅਰ, ਹਾਲਾਂਕਿ ਇਹ ਜਿਓਮੈਟਰੀ ਦਾ ਵਾ ਪਰ ਮੈਂ ਤੁਹਾਨੂੰ ਦੱਸਤਾ ਕਿ ਸਕੁਅਰ ਜਿਹੜਾ ਹੁੰਦਾ ਉਹਦੀਆਂ 4 ਭੁਜਾਵਾਂ ਜਿਹੜੀਆਂ ਬਰਾਬਰ ਹੁੰਦੀਆਂ। ਇਹ ਸਕੁਅਰ ਆ, ਇਹਦਾ ਮਤਲਬ ਕੀ ਆ ਕਿ 2 × 2 = 4। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ 2 ਨੂੰ 2 ਨਾਲ ਗੁਣਾ ਕੀਤਾ। ਕਹਿਣ ਤੋਂ ਭਾਵ ਇਹ ਨਹੀਂ ਵੀ ਇਸ 2 ਨੂੰ ਇਸ 2 ਨਾਲ ਮਤਲਬ 2 ਨਾਲ ਗੁਣਾ ਕੀਤਾ, ਇਸ 2 ਨੂੰ ਇਸੇ ਨਾਲ ਹੀ ਗੁਣਾ ਕੀਤਾ। ਠੀਕ ਹੈ, ਮਤਲਬ ਇਸ 2 ਨੂੰ 2 ਵਾਰੀ ਗੁਣਾ ਕੀਤਾ। ਅੱਛਾ, 2 ਚ ਨਹੀਂ ਚਲੋ ਪਤਾ ਲੈਣਾ, ਆਪਣੇ ਕੋਲ 3 ਦਾ ਸਕੁਅਰ ਆ। ਮਤਲਬ ਕੀ ਹੈ, ਹੁਣ ਮੈਂ ਸਕੁਅਰ ਫਾਈਂਡ ਕਰਦਾ, ਇਸ ਕਰਕੇ ਮੈਂ 3 × 2 ਨਹੀਂ ਲਿਖੂੰਗਾ, ਗਲਤ ਆ। 3 ਦਾ ਸਕੁਅਰ ਮਤਲਬ ਹੈ 3 × 3 = 9। ਠੀਕ ਆ, ਇਹ ਸਾਡੇ ਕੋਲ ਹੁੰਦਾ ਸਕੁਅਰ। ਠੀਕ ਹੈ, ਹੁਣ ਅਸੀਂ ਕੀ ਕਰਾਂਗੇ, 2 ਤੋਂ ਲੈ ਕੇ 20 ਤੱਕ ਸਕੁਅਰ ਜਿਹੜੇ ਆ ਤੁਸੀਂ ਲਿਖਣੇ ਆ। ਠੀਕ ਆ, ਕਿਉਂ ਲਿਖਣੇ ਆ, ਕਿਉਂਕਿ ਬੇਸਿਕ ਦੇ ਵਿੱਚ 15 16 ਜਾਂ 20 ਤੱਕ ਸਕੁਅਰ ਜਿਹੜੇ ਹੁੰਦੇ ਆ ਤਕਰੀਬਨ ਉਹ ਆਈ ਜਾਂਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ, ਜਾਂ ਕਿਸੇ ਨਾ ਕਿਸੇ ਸਵਾਲ ਦੇ ਵਿੱਚ ਜਿਹੜੀ ਇਹਦੀ ਫਾਰਮ ਆ ਉਹ ਤੁਹਾਡੇ ਕੋਲ ਆਈ ਜਾਂਦੀ ਆ। ਠੀਕ ਆ, ਜਿੱਦਾਂ 2 ਦੀ ਸਕੁਅਰ ਅਗਰ ਤੁਸੀਂ ਇਦਾਂ ਕਰਕੇ ਲਿਖਣਾ ਵਾ ਤੁਹਾਡੀ ਖੁਸ਼ੀ ਆ। ਅਗਰ 3 ਦੀ ਸਕੁਅਰ ਤੁਸੀਂ ਸਿੱਧੀ ਲਿਖਣੀ, 3 × 9 ਸਿੱਧਾ ਲਿਖ ਲਓ, ਤੁਸੀਂ ਜਿੱਦਾਂ ਮਰਜ਼ੀ ਲਿਖ ਲਓ। ਠੀਕ ਹੈ, ਇਹ ਤੁਸੀਂ ਜਿੱਦਾਂ ਮਰਜ਼ੀ ਲਿਖ ਸਕਦੇ ਆ, ਤੁਹਾਡੀ ਇੱਛਾ ਵਾ ਕਿ ਤੁਸੀਂ ਕਿਸ ਤਰੀਕੇ ਨਾਲ ਲਿਖਣੀ ਆ। ਠੀਕ ਹੈ,
ਇਹ ਤੁਹਾਨੂੰ ਜਦੋਂ 2 ਤੋਂ ਲੈ ਕੇ 20 ਤੱਕ ਤੁਸੀਂ ਲਿਖ ਲਓਗੇ, ਤੁਸੀਂ ਉਹਨੂੰ ਜਿਹੜਾ ਵਾ ਯਾਦ ਕਰ ਲਿਓ। ਮੋਸਟਲੀ ਪਹਾੜਿਆਂ ਦੇ ਵਿੱਚ ਆਪਣੇ 10 ਤੱਕ ਤਾਂ ਪਹਾੜੇ ਚਲਾਉਂਦੇ ਹੁੰਦੇ ਆ, ਠੀਕ ਆ। 1 ਦਾ ਸਕੇਅਰ 1 ਹੁੰਦਾ, 2 ਦਾ 4, ਠੀਕ ਹੈ। ਆਪਾਂ 3 3 9, ਫਿਰ 4 ਦਾ ਸਕੇਅਰ ਲਿਖ ਲਾਂਗੇ 16, 5 ਦਾ ਸਕੇਅਰ 5 × 5 25, 6 ਦਾ ਸਕੇਅਰ 6 × 36, 7 ਦਾ ਸਕੇਅਰ ਮਤਲਬ 7 × 7 49, ਠੀਕ ਹੈ। 8 ਦਾ ਸਕੇਅਰ 8 × 8 64। ਤੁਸੀਂ ਕਿਸੇ ਵੀ ਤਰੀਕੇ ਨਾਲ ਲਿਖ ਸਕਦੇ, ਵੀ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। 9 × 9 ਮਤਲਬ 81, 10 ਦਾ ਹੋ ਗਿਆ 100, ਠੀਕ ਹੈ। 10 ਤੁਸੀਂ 20 ਤੱਕ ਜ਼ਰੂਰ ਜਿਹੜਾ ਚੇਤੇ ਕਰ ਲੈਣਾ, ਤਾਂ ਕਿ ਜਿਹੜੇ ਆਪਾਂ ਇਹਨੂੰ ਕਰ ਸਕੀਏ, ਠੀਕ ਹੈ। ਕੋਈ ਵੀ ਬਾਅਦ ਵਿੱਚ ਆਪਾਂ ਨੂੰ ਇਦਾਂ ਸਟੇਟਮੈਂਟ ਆ ਜਾਵੇ ਤਾਂ ਆਪਾਂ ਲਿਖ ਸਕਦੇ ਹਾਂ, ਠੀਕ ਹੈ। ਹੁਣ ਇਹਦੇ ਵਿੱਚ ਜੇਕਰ ਆਪਾਂ ਨੂੰ ਤੁਹਾਨੂੰ ਸਿੰਪਲ ਨਹੀਂ ਪਤਾ ਲੱਗਦਾ ਕਿੱਦਾਂ ਕਰਨਾ ਵਾ, ਤਾਂ ਤੁਸੀਂ ਉਹਨਾਂ ਨੂੰ ਮਤਲਬ ਜੇ 11 ਸਕੇਅਰ 121 ਆਉਂਦਾ ਜਾਂ 12 ਦਾ ਸਕੇਅਰ ਤਾਂ 12 144 ਆ ਗਿਆ, ਠੀਕ ਹੈ। ਤਾਂ ਤੁਸੀਂ ਇਹਨੂੰ ਜਿਹੜਾ ਵਾ ਬਾਹਰ ਇਧਰਲੇ ਪਾਸੇ 12 ਨਾਲ 12 ਗੁਣਾ ਕਰਕੇ 2 ਦੂਣੀ 4, 2 × 2, 1 ਦੂਣੀ ਦੂਣੀ ਤੇ ਸੌਰੀ 1 ਦੂਣੀ ਦੂਣੀ ਤੇ 1 × 1, ਠੀਕ ਹੈ। 4 4 ਤੇ 1, ਠੀਕ ਹੈ। ਇਸ ਤਰੀਕੇ ਨਾਲ ਜਿਹੜਾ ਤੁਸੀਂ ਆ ਕਰ ਸਕਦੇ ਆ, ਠੀਕ ਹੈ। ਹੁਣ ਆਪਾਂ ਨੈਕਸਟ ਕਰਾਂਗੇ 13 ਦਾ ਸਕੇਅਰ। ਤੁਸੀਂ ਕੱਢ ਕੇ ਦੇਖ ਲਿਓ ਜੀ, ਠੀਕ ਹੈ। 13 14 ਦਾ 15 ਦਾ ਫਾਈਂਡ ਕਰ ਲਿਓ, ਠੀਕ ਹੈ। ਇਹ ਤੁਸੀਂ ਕਰ ਸਕਦੇ। ਹੁਣ ਦੇਖੋ ਫਿਰ ਆਪਾਂ ਇਹਦੇ ਵਿੱਚ ਹੁਣ ਅੱਗੇ ਕਰਦੇ ਆ। ਮੰਨ ਲਓ ਇਹ ਸਕੇਅਰ ਆਪਣਾ ਤਾਂ ਹੋ ਗਿਆ ਹੈ ਨਾ, ਵੀ ਸਕੇਅਰ ਕੀ ਚੀਜ਼ ਹੈ। ਅੱਗੇ ਆਪਣੇ ਕੋਲ ਦੇਖੋ ਵੀ ਇਹਦੇ ਨਾਲ ਇਹ ਤਾਂ ਅਸੀਂ ਕੱਢ ਲਿਆ, ਆ ਸਾਡੇ ਕੋਲ ਸਕੇਅਰ ਸੀ, ਆ ਸਾਡੇ ਕੋਲ ਮਤਲਬ ਵਰਗ ਹੈ ਤੇ ਆ ਸਾਡੇ ਕੋਲ ਵਰਗ ਮੂਲ ਆ, ਠੀਕ ਹੈ। ਹੁਣ ਅਸੀਂ ਕੀ ਕਰਦੇ ਆ, ਸਾਨੂੰ ਆਹ ਚੀਜ਼ਾਂ ਦਿੱਤੀਆਂ ਹੋਈਆਂ ਤੇ ਅਸੀਂ ਵਰਗ ਮੂਲ ਪਤਾ ਕਰਨਾ ਜੀ, ਮਤਲਬ ਕਿਸ ਤਰੀਕੇ ਨਾਲ ਅਸੀਂ ਕਰਦੇ ਆ, ਠੀਕ ਹੈ। ਉਹ ਦੇਖੋ ਮੰਨ ਲਓ ਆਪਣੇ ਕੋਲ 13 × 13 169 ਦਿੱਤਾ ਹੋਇਆ, ਅਸੀਂ ਉਹ 169 ਪਤਾ ਕਰਨਾ ਕਿ ਉਹ 169 ਸਾਡੇ ਕੋਲ ਕਿਸ ਤਰੀਕੇ ਨਾਲ ਆਇਆ, ਠੀਕ ਹੈ। ਮੰਨ ਲਓ 13 ਦੀ ਸਕੇਅਰ ਜਿਹੜੀ ਆ ਤੁਸੀਂ ਪਤਾ ਕਰ ਲਿਓ 169 ਆਊਗਾ, ਜੇਕਰ ਨਹੀਂ ਪਤਾ ਲੱਗਦਾ ਤਾਂ ਮਲਟੀਪਲਾਈ ਕਰ ਲਿਓ, ਠੀਕ ਆ। ਹੋਰ ਕੋਈ ਇਹਦੀ ਅਨਦਰ ਫਾਰਮ ਤਾਂ ਹੈਗੀਆਂ ਐਵੇਂ ਸਿੱਖਣ ਵਾਲੀਆਂ, ਪਰ ਬੰਦਾ ਉਹਦੇ ਵਿੱਚ ਬਾਅਦ ਚ ਘੁੰਮ ਜਾਂਦਾ, ਇਸ ਕਰਕੇ ਆਪਾਂ ਸਿੰਪਲੈਸਟ ਫਾਰਮ ਇਸ ਤਰੀਕੇ ਨਾਲ ਮਲਟੀਪਲਾਈ ਕਰਕੇ ਕੱਢ ਲਈਏ ਤਾਂ ਵਧੀਆ ਗੱਲ ਆ। 169 ਆ, ਇਹ ਆਇਆ ਕਿੱਦਾਂ ਸੀ, ਦੇਖੋ ਆਪਾਂ ਸਿੰਪਲ ਭਾਗ ਕਰਦੇ ਆ ਰਹੇ ਆ ਛੋਟੇ ਹੁੰਦਿਆਂ ਤੋਂ। ਮਤਲਬ ਅਗਰ ਸਾਨੂੰ 3 ਦੀ ਭਾਗ ਆ ਜਾਂ ਮਤਲਬ 30 ਦਿੱਤਾ ਹੋਇਆ ਸਾਨੂੰ, ਅਸੀਂ 2 ਤੇ ਕਰਦੇ ਆ, ਅਸੀਂ 1 ਦੂਣੀ 2, 1 10 ਬਚ ਗਿਆ, 2 5 10। ਮਤਲਬ ਦੇਖੋ ਆਹ ਦੋਨਾਂ 'ਚ ਡਿਫਰੈਂਸ ਆ, ਦੋਨੇ ਸੇਮ ਜੇ ਨੇਗੇ। ਅਸੀਂ ਇਹਦੇ ਵਿੱਚ ਕੀ ਕਰਨਾ ਵਾ, ਇਹਦੇ ਵਿੱਚ ਅਸੀਂ ਆਹ ਸਾਡੇ ਕੋਲ ਭਾਗ ਦਾ ਨਿਸ਼ਾਨ ਆਊਗਾ, ਠੀਕ ਹੈ। ਇਹਦੇ ਵਿੱਚ ਵਰਗ ਮੂਲ ਦਾ, ਇਹਦੇ ਵਿੱਚ ਅਸੀਂ ਇਸ ਭਾਗ ਦੇ ਵਿੱਚ ਅਸੀਂ ਇਧਰਲੇ ਪਾਸੇ ਪੇਅਰ ਬਣਾਉਣੇ ਸੀ। ਮੰਨ ਲਓ ਇੱਥੇ ਸਾਡੇ ਕੋਲ 9 ਆ ਜਾਂਦਾ, ਇੱਥੇ 1 ਬਚ ਜਾਂਦਾ। ਮੰਨ ਲਓ ਮੈਂ ਇੱਥੇ ਪੇਅਰ ਬਣਾਉਣਾ 0 0 ਦੇ, ਜੇ ਮੈਨੂੰ 1 ਚਾਹੀਦੀ ਮੈਂ 1 ਉਤਾਰ ਲੈਣਾ, ਜੇ ਮੈਨੂੰ 1 ਨਹੀਂ ਚਾਹੀਦੀ ਮੈਂ 2 ਉਤਾਰ ਲੈਣਾ ਇਕੱਠੀਆਂ, ਠੀਕ ਆ। ਫਿਰ ਉਹ 2 ਉਤਾਰ ਕੇ ਇੱਥੇ ਜੋ 0 ਲੱਗਦੀਆਂ ਹੁੰਦੀਆਂ ਸੀ ਇਹ ਸੀ, ਜੇ 2 0 ਉਤਾਰ ਲਈਆਂ ਤਾਂ 1 0 ਲੱਗ ਜਾਣੀ ਜਾਂ ਪੁਆਇੰਟ ਲੱਗ ਜਾਣਾ ਜੇ ਪਹਿਲਾਂ ਨਹੀਂ। ਇਹਦੇ ਵਿੱਚ ਕੀ ਆ, ਇਹਦੇ ਵਿੱਚ ਅਸੀਂ ਪਿਛਲੇ ਪਾਸਿਓਂ ਪੇਅਰ ਬਣਾਉਣਾ, ਠੀਕ ਹੈ। ਚਾਹੇ 3 ਰਕਮਾਂ ਹੋਣ, ਚਾਹੇ 4 ਹੋਣ, ਚਾਹੇ 5 ਹੋਣ, ਸਾਨੂੰ ਇਹਨਾਂ ਨਾਲ ਨਹੀਂ ਮਤਲਬ, ਪਰ ਅਸੀਂ ਇਧਰਲੇ ਪਾਸਿਓਂ ਹੀ ਪੇਅਰ ਬਣਾਉਣਾ, ਸੱਜਿਓਂ ਖੱਬੇ ਵੱਲ ਨੂੰ ਜਾਣਾ। ਫਿਰ ਅਸੀਂ ਇਹਦੇ ਵਿੱਚ ਕੀ ਕਰਨਾ ਵਾ, ਅਸੀਂ ਇੱਕ ਅੱਖਰ ਇਹੋ ਜਿਹਾ ਚੁਣਨਾ ਜਿਹਨੂੰ ਅਸੀਂ ਉੱਪਰ ਵੀ ਲਿਖ ਸਕੀਏ ਆਨਸਰ ਵਿੱਚ, ਥੱਲੇ ਵੀ। ਕਹਿਣ ਤੋਂ ਭਾਵ ਜਿਹੜਾ ਪੂਰਨ ਵਰਗ ਹੋਵੇ ਆਪਾਂ ਉਹ ਲੈਣਾ ਇਹਦੇ ਵਿੱਚ, ਠੀਕ ਆ। ਪੂਰਨ ਵਰਗ ਹੁਣ 6 9 ਤੋਂ ਛੱਡ ਕੇ ਪਹਿਲਾਂ ਸਾਡੇ ਕੋਲ ਹੈਗਾ 1 ਦੇ ਥੱਲੇ ਦੇਖੋ ਕੀ 1 ਦੇ ਥੱਲੇ 1 ਦੀ ਸਕੇਅਰ ਹੁੰਦੀ ਆ 1, ਠੀਕ ਆ। ਇਧਰਲੇ ਪਾਸੇ ਆਪਾਂ ਸਕੇਅਰ ਰੂਟ ਕੀਤੇ ਸੀ। ਹੁਣ ਦੇਖੋ 1 ਛੋਟਾ 1 ਤੇ 2 ਦੀ ਸਕੇਅਰ ਹੈਗੀ 4। ਅਸੀਂ ਇਹ ਨਹੀਂ ਕਰ ਸਕਦੇ ਵੀ 2 ਏਕਮ 2, ਇਹਦੇ ਵਿੱਚ ਇਹ ਚੀਜ਼ ਨਹੀਂ ਲਿਖਾਂਗੇ ਵੀ ਇੱਥੇ ਮੈਂ 2 ਲਿਖ ਲਵਾਂ ਤੇ ਮੈਂ ਉੱਪਰ ਲਿਖ ਦੇਵਾਂ 1 ਤੇ 1 ਦੂਣੀ 2 ਆਜੂ, ਜੇ ਮਤਲਬ ਇੱਥੇ 2 ਹੁੰਦਾ ਆਪਣੇ ਕੋਲ, ਠੀਕ ਆ। ਪਰ ਫੇਰ ਵੀ ਅਸੀਂ ਕੀ ਕਰਨਾ ਵਾ, ਅਸੀਂ 1 ਦੀ ਸਕੇਅਰ ਹੀ ਕਰਾਂਗੇ 1 × 1। ਅਸੀਂ ਇਹ ਨਹੀਂ ਕਰ ਸਕਦੇ ਜੇਕਰ ਇੱਥੇ ਸਪੋਜ਼ ਕਰੋ 2 ਹੁੰਦਾ, ਮਤਲਬ 269 ਹੁੰਦਾ, ਅਸੀਂ ਇਹਦੀ ਕਰਦੇ ਤਾਂ ਇੱਥੇ ਅਸੀਂ ਲਿਖ ਦਿੰਦੇ 1 ਤੇ ਉੱਪਰ ਲਿਖ ਦਿੰਦੇ 2, ਜਾਂ ਅਸੀਂ ਇੱਥੇ 2 ਲਿਖ ਦਿੰਦੇ ਇੱਥੇ 1 ਲਿਖ ਦਿੰਦੇ। ਇਹ ਸਾਡੇ ਕੋਲ ਗਲਤ ਆ, ਠੀਕ ਆ। ਅਸੀਂ ਆਹ ਜਿਹੜੀਆਂ ਚੀਜ਼ਾਂ ਵਾ ਵੱਖਰੀਆਂ ਵੱਖਰੀਆਂ ਨਹੀਂ ਲੈਣੀਆਂ, ਠੀਕ ਆ, ਸੇਮ ਲੈਣੀਆਂ। 1 × 1 = 1, ਮਤਲਬ 1 ਦਾ ਸਕੇਅਰ 1। ਅਸੀਂ ਆ ਦੋਨਾਂ ਸੰਖਿਆਵਾਂ ਦਾ ਪੇਅਰ ਉਤਾਰ ਲੈਣਾ। ਹੁਣ ਅਸੀਂ ਇੱਥੇ ਕੀ ਲਿਖਣਾ, ਇਹਨਾਂ ਦੋਨਾਂ ਨੂੰ ਪਹਿਲਾਂ ਅਸੀਂ ਗੁਣਾ ਕੀਤਾ ਸੀ, ਹੁਣ ਅਸੀਂ ਇਹਨਾਂ ਦੋਨਾਂ ਨੂੰ ਜਮ੍ਹਾਂ ਕਰਾਂਗੇ। 1 + 1 2। ਹੁਣ ਤੀਸਰਾ ਅੱਖਰ ਨਾਲ ਦਾ ਦੂਸਰਾ ਅੱਖਰ ਦੇਖਣਾ ਅਸੀਂ ਕਿਹੜਾ ਆਊਗਾ, ਉਹ ਅਸੀਂ ਕਿੱਦਾਂ ਫਾਈਂਡ ਕਰਨਾ। ਪੂਰਨ ਵਰਗ ਚਾਹੀਦਾ ਆਪਾਂ ਨੂੰ, ਉਹ ਵੀ
देखो अगर मैं 1 ਨੂੰ 21 मतलब 2 ਆ 1 ਨਾਲ ਗੁਣਾ ਕਰਨ ਲੱਗਾ ਤਾਂ 1 ਹੀ ਥੱਲੇ ਰੱਖੂੰਗਾ, ठीक है। जेकर 2 ਨਾਲ ਕਰਨ ਲੱਗਾ ਤਾਂ 2 ਨਾਲ ਕਰੂੰਗਾ। 44 अगर 3 ਨਾਲ ਕਰਨ ਲੱਗਾ ਤਾਂ 3 ਨਾਲ, 3 ਤੀਏ 9, 2 ਤੀਏ 6। अगर ਮੰਨ ਲਓ ਮੈਨੂੰ ਅੱਗੇ ਵੱਧ ਜਾਣਾ ਪਵੇ ਤੇ ਮੈਂ 7 ਜੇ ਕਰਦਾ ਵਾਂ ਤੇ ਇਹਦਾ ਮਤਲਬ ਇਹ ਨਹੀਂ ਮੈਂ ਥੱਲੇ ਉੱਪਰ 27 ਹੋਵੇ ਥੱਲੇ 3 ਹੋਵੇ, ਨਹੀਂ, ਗਲਤ ਹੋਊਗਾ। ਸਾਡੇ ਕੋਲ ਥੱਲੇ ਵੀ ਸਾਨੂੰ 7 ਹੀ ਰੱਖਣਾ ਪਊਗਾ। 7 7 49, 2 7 14 4 18, ਸਮਝ ਗਏ। ਸਾਡੇ ਕੋਲ ਤਾਂ ਆ ਗਿਆ ਪੂਰਾ 23 ਤੇ ਅਸੀਂ ਕੀ ਕੀਤਾ, ਇੱਥੇ 3 ਇੱਥੇ ਰੱਖਿਆ, 23 1 3 ਇੱਥੇ ਰੱਖ ਲਿਆ, 69 ਆ ਗਿਆ ਥੱਲੇ ਕੱਟਿਆ। ਸਾਡੇ ਕੋਲ ਆਨਸਰ ਕੀ ਆ ਗਿਆ 13। ਇਹ ਚੀਜ਼ ਜਿਹੜੀ ਆ ਸਾਡੇ ਕੋਲ ਮੰਨ ਲਓ 169 ਦਾ ਆਨਸਰ ਆਇਆ ਸੀ ਵਰਗਮੂਲ, ਆ ਚੀਜ਼ ਕਿੰਨਾ ਆਨਸਰ ਆਊਗਾ, ਦੈਟ ਮੀਨ ਸਾਡੇ ਕੋਲ ਆਨਸਰ ਆ ਗਿਆ 13 ਗੁਣਾ 13, ਠੀਕ ਹੈ। ਸਕੇਅਰ ਕਰੋ, ਅੰਡਰ ਰੂਟ ਨਾਲ ਸਕੇਅਰ ਕੱਟੇਗਾ, ਸਾਡੇ ਕੋਲ ਆਨਸਰ ਆ ਗਿਆ 13। ਮਤਲਬ ਇਸ ਤਰੀਕੇ ਨਾਲ ਨਹੀਂ, ਸੌਰੀ, ਇਹਨੂੰ 13 ਦਾ ਸਕੇਅਰ, ਅੰਡਰ ਰੂਟ ਸਕੇਅਰ ਨਾਲ ਅੰਡਰ ਰੂਟ ਚਲੋ ਕੱਟਿਆ ਜਾਂਦਾ, ਆਪਣੇ ਆਨਸਰ ਆ ਗਿਆ 13। ਮਤਲਬ 13 ਦਾ ਵਰਗਮੂਲ ਜਿਹੜਾ ਵਾ ਸਕੇਅਰ ਆ, ਅਗਰ 13 ਦੀ ਸਕੇਅਰ ਸਾਡੇ ਕੋਲ ਤਾਂ 169 ਆਨਸਰ ਆਊਗਾ। ਇਹ ਇਸ ਤਰੀਕੇ ਨਾਲ ਆਨਸਰ ਆਉਂਦਾ, ਠੀਕ ਹੈ ਜੀ। ਅੱਜ ਲਈ ਆਪਣੇ ਕੋਲ ਇੰਨਾ ਕੁ ਬਹੁਤ ਆ, ਮਤਲਬ ਬੋਰਡ ਮਾਸ ਲਈ ਜਾਂ ਤੁਸੀਂ ਆ ਜਿਹੜੇ ਜਿਸ ਸੰਖਿਆਵਾਂ ਔਰ ਤੁਹਾਨੂੰ ਇੰਨਾ ਗਿਆ ਕਿ 20 ਤੱਕ ਪਹਾੜੇ ਵੀ ਜ਼ਰੂਰ ਆਉਂਦੇ ਹੋਣ, ਠੀਕ ਹੈ। ਅੱਜ ਲਈ ਆਪਣਾ ਇੰਨਾ ਕੁ ਬਹੁਤ ਆ ਤੇ ਕੱਲ ਨੂੰ ਆਪਾਂ ਇਹਦੇ ਨਾਲ ਦੇ ਸਿੰਪਲੀਫਿਕੇਸ਼ਨ ਦੇ ਹੋਰ ਵੀ ਕਨਸੈਪਟ ਕਰਾਂਗੇ, ਠੀਕ ਹੈ। ਅੱਜ ਲਈ ਆਪਣੀ ਇੰਨੀ ਕੀ ਕਲਾਸ ਬਹੁਤ ਆ ਸਿੰਪਲੀਫਿਕੇਸ਼ਨ ਦੀ, ਠੀਕ ਹੈ। ਧੰਨਵਾਦ ਬਹੁਤ ਬਹੁਤ।